ਕਾਂਗਰਸ ਆਈ ਦੇ ਐਮਪੀ ਅਮਰਿੰਦਰ ਸਿੰਘ ਨੇ ਜਿਨ੍ਹਾਂ ਨੇ ਸ਼੍ਰੀ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਦੇ ਰੋਸ ਵਜੋਂ ਪਾਰਲੀਮੈਂਟ ਦੀ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ ਹੈ ਨੇ ਕਿਹਾ ਹੈ ਕਿ ਸਾਡਾ ਦੁਸ਼ਮਣ ਕੇਵਲ ਕੇਂਦਰ ਹੀ ਨਹੀਂ ਪੰਜਾਬ ਦਾ ਹਿੰਦੂ ਵੀ ਹੈ ਕਿਉਂਕਿ ਕੇਂਦਰ ਵਿੱਚ ਹਿੰਦੂ ਦੀ ਸਰਕਾਰ ਹੈ ਤੇ ਕੇਂਦਰ ਨੇ ਪੰਜਾਬ ਦੇ ਹਿੰਦੂਆਂ ਦੇ ਕਹੇ ਤੇ ਸਾਡੇ ਧਰਮ ਅਸਥਾਨ ਉੱਤੇ ਹਮਲਾ ਕੀਤਾ ਹੈ। ਇਹ 30 ਜੂਨ 1984 ਦੀ ਸਟੇਟਮੈਂਟ ਆ ਕੈਪਟਨ ਅਮਰਿੰਦਰ ਸਿੰਘ ਦੀ। ਬਿਆਨ ਤੇ ਬੁੱਚੜ ਕਰਕੇ ਕਾਂਗਰਸ ਦੇ ਜ਼ੁਲਮਾਂ ਕਰਕੇ ਕਾਂਗਰਸ ਤੋਂ ਸੀ ਉਹਨੇ ਕੀ ਔਖ 2002 ਦੀਆਂ ਇਲੈਕਸ਼ਨਾਂ ਮੌਕੇ ਲੋਕ ਮੁੱਠੀਆਂ ਜਦੋਂ ਕੀ ਬੈਠੇ ਸੀਗੇ ਵੀ ਵੋਟਾਂ ਆਉਣ ਤੇ ਆਪਾਂ ਬਾਦਲਕਿਆਂ ਨੂੰ ਵੋਟਾਂ 'ਚ ਹਰਾਈਏ ਕਿ ਲੋਕ ਬਾਦਲਕਿਆਂ ਨੂੰ ਜਦੋਂ ਸੱਤਾ 'ਚ ਲਿਆਂਦਾ ਇਹਨਾਂ ਨੇ ਜਦੋਂ ਪੰਜਾਬ ਨੇ ਵੋਟ ਪਾਈ ਆ 1997 'ਚ ਉਹ ਤਾਂ ਪਾਈ ਸੀ ਵੀ ਪੰਥ ਦੁਖੀ ਬੜਾ ਸੀ ਸਿੱਖ ਦੁਖੀ ਬੜੇ ਸੀ ਪਰ ਇਹਨਾਂ ਨੇ ਸਿੱਖੀ ਸੁੱਖੀ ਵਾਲੀ ਕਦੇ ਕੋਈ ਗੱਲ ਹੀ ਨਹੀਂ ਰੱਖੀ। ਇਹ ਤਾਂ ਉਲਟ ਚੱਲਦੇ ਆ ਹਮੇਸ਼ਾ ਬਾਦਲ ਪਰਿਵਾਰ ਤਾਂ ਇਹਨਾਂ ਨੂੰ ਤਾਂ ਸਿੱਖੀ ਦਾ ਕੋਈ ਮਤਲਬ ਹੀ ਨਹੀਂ ਔਰ ਪੂਰਾ ਜ਼ੋਰ ਲਾ ਕੇ ਦਿਖਾਉਂਦੇ ਆ ਕਿ ਅਸੀਂ ਤਾਂ ਭਾਰਤ ਮਾਤਾ ਕੀ ਜੈ ਵਾਲੇ। 1978 ਦੇ ਵਿੱਚ ਜਦੋਂ ਨਰਕਧਾਰੀਆਂ ਨੇ ਕਤਲੇਆਮ ਕੀਤਾ ਨਾ ਤਾਂ ਉਦੋਂ ਬੰਦੇ ਦੇ ਪੁੱਤ ਬਣ ਕੇ ਕੌਮ ਨਾਲ ਖੜੇ ਪੰਥ ਨਾਲ ਖੜੇ ਬਾਦਲ ਪਰਿਵਾਰ ਇਹ ਜਦੋਂ 1997 ਤੋਂ ਬਾਅਦ ਖੜੇ ਵੀ ਅਸੀਂ ਜੀ ਖੜਦੇ ਆ। ਸਰਕਾਰ ਬਣ ਗਈ ਕੈਪਟਨ ਅਮਰਿੰਦਰ ਸਿੰਘ ਦੀ ਲੋਕਾਂ ਨੂੰ ਤਾਂ ਲੱਗਦਾ ਸੀ ਕਿ ਪਹਿਲਾਂ ਵਾਲੀ ਜ਼ਰੂਰਤ ਹੋਊਗੀ ਪਰ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਉਹ ਕੰਜਰ ਕੜੀ ਘੋੜੀ ਕਿ ਇਹਦੀ ਪਾਰਟੀ ਦਾ ਕੋਈ ਬਿਰਲਾ ਹੀ ਲੀਡਰ ਹੋਊਗਾ ਜਿਹੜੇ ਤਾਂ ਲਵੇਰੂ ਮਹਿਕਮਾ ਹੁੰਦਾ ਉਹਦੀ ਗੱਲ ਛੱਡੋ ਬਾਕੀ ਸਾਰੇ ਕਲਪਦੇ ਫਿਰਦੇ ਸੀ ਵੀ ਕੱਲ ਨੂੰ ਅਸੀਂ ਵੋਟਾਂ 'ਚ ਜਾਣਾ ਅਸੀਂ ਪੰਜਾਬ ਦੇ ਲੋਕਾਂ 'ਚ ਕਿਹੜੇ ਮੂੰਹ ਨਾਲ ਜਾਵਾਂਗੇ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੀ ਸਿਆਸਤ ਵਿੱਚ ਜਿਹੜੀ ਉਥਲ ਪੁਥਲ ਹੋਈ ਆ ਇੱਕਦਮ ਹੀ ਕੈਪਟਨ ਅਮਰਿੰਦਰ ਸਿੰਘ ਦੀ ਵਿਦਾਇਗੀ ਤੇ ਨਵੇਂ ਮੁੱਖ ਮੰਤਰੀ ਦੀ ਆਮਦ ਹੋਈ ਆ ਇਹਦੇ ਬਾਰੇ ਚਰਚਾ ਕਰਾਂਗੇ। ਕੈਪਟਨ ਅਮਰਿੰਦਰ ਸਿੰਘ ਜਿਹੜਾ ਹੈ ਇਹਦੇ ਬਾਰੇ ਆਪਾਂ ਨੂੰ ਪਤਾ ਹੈ ਕਿ 1984 ਦੇ ਵਿੱਚ ਜਦੋਂ ਘੱਲੂਘਾਰਾ ਵਾਪਰਿਆ ਤਾਂ ਜਿਨ੍ਹਾਂ ਸਿੱਖਾਂ ਨੇ ਭਾਰਤੀ ਹਕੂਮਤ ਦੇ ਇਸ ਜ਼ੁਲਮ ਦੇ ਖਿਲਾਫ ਬੜੇ ਸੁਚੱਜੇ ਤਰੀਕੇ ਨਾਲ ਕੌਮ ਦਾ ਜਿਹੜਾ ਰੋਹ ਆ ਸਿੱਖ ਪੰਥ ਦਾ ਰੋਹ ਆ ਉਹ ਦਰਜ ਕਰਾਇਆ ਉਹਨਾਂ ਵਿੱਚੋਂ ਇੱਕ ਸ਼ਖਸੀਅਤ ਦੇ ਰੂਪ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਆਉਂਦਾ। ਬੜੀ ਵੱਡੀ ਗੱਲ ਸੀ ਉਹਨਾਂ ਦਿਨਾਂ ਦੇ ਵਿੱਚ ਕਿ ਇੱਕ ਮੈਂਬਰ ਪਾਰਲੀਮੈਂਟ ਇਸ ਤਰੀਕੇ ਨਾਲ ਰਿਜ਼ਾਈਨ ਕਰ ਜਾਵੇ। ਉਸ ਤੋਂ ਵੀ ਵੱਡੀ ਗੱਲ ਇਹ ਕਿ ਜਿਹੜੇ ਬਾਅਦ ਵਿੱਚ ਇਹਨਾਂ ਨੇ ਬਿਆਨ ਦਿੱਤੇ ਜਿਨ੍ਹਾਂ ਬਿਆਨਾਂ ਦਾ ਅੱਜ ਵੀ ਜਦੋਂ ਦੇਖਦੇ ਆ ਬੜਾ ਵਧੀਆ ਲੱਗਦਾ ਵੀ ਇੱਕ ਸਿੱਖ ਦੇ ਅੰਦਰ ਇਹੋ ਹੀ ਭਾਵਨਾ ਹੋਣੀ ਚਾਹੀਦੀ ਆ ਆਪਦੀ ਕੌਮ ਪ੍ਰਤੀ ਆਪਣੇ ਪੰਥ ਪ੍ਰਤੀ। ਪਰ ਹੈਰਾਨੀ ਦੀ ਗੱਲ ਆ ਵੀ ਇੱਕ ਪਾਸੇ ਇਹੀ ਕੈਪਟਨ ਅਮਰਿੰਦਰ ਸਿੰਘ 1984 ਦੇ ਵਿੱਚ ਬੜੀ ਸੁਚੱਜੇ ਤਰੀਕੇ ਨਾਲ ਕੌਮ ਦਾ ਰੋਹ ਦਰਜ ਕਰਾਉਣ ਵਾਲੀ ਸ਼ਖਸੀਅਤ ਦੇ ਰੂਪ ਦੇ ਵਿੱਚ ਪਿਆਰ ਪੰਥ ਦਾ ਕੌਮ ਦਾ ਸਤਿਕਾਰ ਹਾਸਲ ਕਰਦੇ ਆ ਪਰ ਦੂਜੇ ਪਾਸੇ ਬਹੁਤ ਕੁਝ ਉਹ ਵੀ ਕਰਦੇ ਆ ਜਿਹੜਾ ਜਾਇਜ਼ ਨਹੀਂ ਜਿਹੜਾ ਠੀਕ ਨਹੀਂ ਜਿਹਦੇ ਉੱਤੇ ਪੰਥ ਨੂੰ ਰੋਸ ਆ ਸਕਦਾ। ਇੱਕ ਸਟੇਟਮੈਂਟ ਆ 1984 ਦੀ ਜਿਹੜੀ 30 ਜੂਨ 1984 ਦੀ ਆ ਅਖਬਾਰਾਂ 'ਚ ਛਪੀ ਹੋਈ ਆ ਉਹਦੇ ਵਿੱਚ ਜਿਹੜੀ ਸ਼ਬਦਾਵਲੀ ਆ ਉਹ ਜਰਾ ਧਿਆਨ ਮਾਰਨ ਦੀ ਲੋੜ ਹੈ। ਲਿਖਿਆ ਕਿ ਸਾਡਾ ਦੁਸ਼ਮਣ ਕੇਂਦਰ ਹੀ ਨਹੀਂ ਪੰਜਾਬ ਦਾ ਹਿੰਦੂ ਵੀ ਹੈ। ਕਾਂਗਰਸ ਆਈ ਦੇ ਐਮਪੀ ਅਮਰਿੰਦਰ ਸਿੰਘ ਨੇ ਜਿਨ੍ਹਾਂ ਨੇ ਸ਼੍ਰੀ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਦੇ ਰੋਸ ਵਜੋਂ ਪਾਰਲੀਮੈਂਟ ਦੀ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ ਹੈ ਨੇ ਕਿਹਾ ਹੈ ਕਿ ਸਾਡਾ ਦੁਸ਼ਮਣ ਕੇਵਲ ਕੇਂਦਰ ਹੀ ਨਹੀਂ ਪੰਜਾਬ ਦਾ ਹਿੰਦੂ ਵੀ ਹੈ ਕਿਉਂਕਿ ਕੇਂਦਰ ਵਿੱਚ ਹਿੰਦੂ ਦੀ ਸਰਕਾਰ ਹੈ ਤੇ ਕੇਂਦਰ ਨੇ ਪੰਜਾਬ ਦੇ ਹਿੰਦੂਆਂ ਦੇ ਕਹੇ ਤੇ ਸਾਡੇ ਧਰਮ ਅਸਥਾਨ ਉੱਤੇ ਹਮਲਾ ਕੀਤਾ ਹੈ। ਜਿੱਥੇ ਇਹ ਖਬਰ ਛਪੀ ਹੋਈ ਆ ਅਖਬਾਰਾਂ ਦੇ ਵਿੱਚ ਉਹਦੇ ਨਾਲ ਹੀ ਉੱਪਰ ਦਵਿੰਦਰ ਸਿੰਘ ਗਰਚੇ ਨੇ ਅਸਤੀਫਾ ਦੇ ਦਿੱਤਾ ਇਹ ਵੀ ਖਬਰ ਲੱਗੀ ਹੋਈ ਆ। ਉਹਨਾਂ ਦਿਨਾਂ ਦੇ ਵਿੱਚ ਜੂਨ ਦਾ ਇਹ ਮਹੀਨਾ ਜਦੋਂ ਧੜਾ ਧੜ ਪੰਥ ਵਿੱਚ ਰੋਹ ਜਿਹੜਾ ਸੀਗਾ ਉਹ ਇੰਨਾ ਸਿਖਰ ਤੇ ਸੀ ਕਿ ਅਸਤੀਫੇ ਦਿੱਤੇ ਜਾ ਰਹੇ ਸੀਗੇ। ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਵੀ ਉਦੋਂ ਉਸ ਤੋਂ ਬਾਅਦ ਵਿੱਚ ਅਸਤੀਫਾ ਦਿੱਤਾ। ਇਹ 30 ਜੂਨ 1984 ਦੀ ਸਟੇਟਮੈਂਟ ਆ ਕੈਪਟਨ ਅਮਰਿੰਦਰ ਸਿੰਘ ਦੀ ਔਰ ਵਾਕਿਆ ਹੀ ਇਹ ਇੱਕ ਕਮਾਲ ਦੀ ਸਟੇਟਮੈਂਟ ਮੰਨੀ ਜਾ ਸਕਦੀ ਹੈ। ਪਰ ਇਹੀ ਕੈਪਟਨ ਅਮਰਿੰਦਰ ਸਿੰਘ ਬਾਅਦ ਵਿੱਚ ਕਈ ਜਿਹੜੇ ਆ ਰੰਗ ਢੰਗ ਜੇ ਬਦਲਦਾ ਦੇਖਿਆ। ਜਦੋਂ ਇਹਨੇ ਅਸਤੀਫਾ ਦਿੱਤਾ ਉਹ ਵੀ ਕਮਾਲ ਦੀ ਗੱਲ ਸੀ। ਬਾਅਦ ਵਿੱਚ ਬਰਨਾਲੇ ਵਾਲੀ ਜਿਹੜੀ ਸਰਕਾਰ ਬਣੀ 1985 ਦੇ ਵਿੱਚ ਉਹਦੇ ਵਿੱਚ MLA ਬਣਿਆ ਮੰਤਰੀ ਵੀ ਬਣਿਆ ਉਹਦੇ ਵਿੱਚ
फिर उस तो बाद विच जदों बरनाला सरकार भंग कर दी गई सी, उस तो बाद विच भी इस बंदे ने खालिस्तानी खाड़कू लहर जिहड़ी सिखर ते गई सी उहदे नाल पंथक कमेटी नूं एक चिट्ठी जी लिखती बई ये कौन ने की ने पंथक कमेटी के खिलाफ जिहड़ी उस टाइम खालिस्तान के संघर्ष नूं सिखर ते लिजा चुकी सी कमेटी। उस पंथक कमेटी वालियां ने भी फिर ठोकमा जवाब दिता। एक पंथक दस्तावेज किताब है जिहड़ी सरदार नारायण सिंह जी ते सरदार करमजीत सिंह पंजाबी ट्रिब्यून जिहड़े काम करते रहे उन्होंने खाड़कू लहर के सारे डॉकूमेंट ਉਹਦੇ ਚ ਇਕੱਠੇ ਕਰਕੇ ਛਾਪੇ ਆ। और मैं समझदा हैगा कि जिन्ने पंथ दर्दी आ सारिਆਂ ਦੇ ਘਰਾਂ ਚੋਂ किताब जरूर होनी चाहिए तां कि उस दौर बारे कुछ जिहड़ी सोच समझ जे बनाउणी होवे तां ਉਹ किताब बड़ी अहम। सो ਉਹਦੇ ਵਿੱਚ ਉਹ ਦੋਨੇ ਚਿੱਠੀਆਂ ਲੱਗੀਆਂ ਹੋਈਆਂ ਨੇ। ਜਿਹੜੀ ਕੈਪਟਨ ਅਮਰਿੰਦਰ ਸਿੰਘ ਨੇ ਖਾੜਕੂ ਖਾਲਿਸਤਾਨੀ ਵਿਚਾਰਧਾਰਾ ਨੂੰ ਜਾਂ ਪੰਥਕ ਕਮੇਟੀ ਨੂੰ ਖੁੱਲਾ ਖਤ ਲਿਖਿਆ ਸੀ, ਉਹ ਪੰਜਾਬੀ ਟ੍ਰਿਬਿਊਨ ਚ ਤੇ ਹੋਰਨਾਂ ਅਖਬਾਰਾਂ ਚ ਵੀ ਛਪਿਆ ਸੀ ਉਦੋਂ। ਤੇ ਉਹਦਾ ਫਿਰ ਜਵਾਬ ਜਿਹੜਾ ਖਾਲਿਸਤਾਨੀ ਲਹਿਰ ਨੇ ਦਿੱਤਾ ਉਹ ਵੀ ਕਮਾਲ ਦਾ ਆਇਆ। ਉਹ ਇਹ ਦੋਨੇ ਚੀਜ਼ਾਂ ਜਿਹੜੀਆਂ ਨੇ ਨਾਲ ਦੀ ਨਾਲ ਮਤਲਬ ਚੱਲੀਆਂ। ਫਿਰ ਉਹ ਵੀ ਵਕਤ ਆਇਆ ਜਦੋਂ ਇਹ ਜਿਹੜਾ ਸਿੱਖਾਂ ਉੱਤੇ ਜ਼ੁਲਮ ਦਾ ਜਿੰਨਾ ਦੌਰ ਆ ਉਦੋਂ ਇਹ ਅਕਾਲੀ ਦਲ ਦੇ ਵਿੱਚ ਹੀ ਵਿਚਰਦਾ ਰਿਹਾ। ਫਿਰ ਇੱਕ ਨੇ ਆਪਦਾ ਅਕਾਲੀ ਦਲ ਵੀ ਬਣਾ ਲਿਆ ਸੀ। ਤੇ 1997 ਦੀ ਜਦੋਂ ਇਲੈਕਸ਼ਨ ਆਈ ਆ, ਜੇ ਕਿਤੇ ਉਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ एक विधान सभा की सीट टिकट दे दिंदा तां शायद यह अकाली दल दे विच ही एक आगू के रूप में चलदा चलाउंदा रहिंदा। पर उदों टिकट दित्ती नहीं ते उहदा रिजल्ट ये निकलिया कि बाद विच इन्हां दीयां रिश्तेदारियां ने राजस्थान दे विच जां मध्य प्रदेश दे विच जिहड़ा नटवर सिंह हुंदा सी, जां क्योंकि राजे महाराजा ने उधर ब्याह शादियां विच इन्हां ने कीते कराए होए ने, तो इन्हां ने फिर दोबारा कांग्रेस विच आपदा जिहड़ा गठजोड़ा वंड तोपा वो कर ली। ते सन 2002 दे विच फिर पंजाब दे विच जिहड़ा मुख मंत्री की पदवी आ वो लैण विच ये फिर सफल हो गया। हुण जदों कांग्रेस के मुख मंत्री के रूप दे विच दोबारा ये आया तां लोकां नूं अकाली दल दे नाल बादल दल दे नाल बड़ी नाराजगी सीगी, क्योंकि बादल दल तो जो आस सी कि 1978 तो लैके 1997 तक जो कुछ पंथ ते पंजाब नाल दोखियां ने कीता उहदा कोई ये हल करनगे, उल्टा बादल दल ने भाई गुरदेव सिंह कौंके जिहड़े अकाल तख्त साहिब के जथेदार सी, जां भाई जसवंत सिंह जी खालड़ा, जां इन्हां वल्लों जो जुल्म पुलिस वल्लों होए उन्हां बुचड़ पुलिसियां दा मामला सी, इन्हां ने कोई भी बंदे वाली गल नहीं की। ते जिन्नी नाराजगी जिन्ना औख लोकां नूं बिआनते बुचड़ करके कांग्रेस के जुल्मा करके कांग्रेस तो सी, उन्नी की औख 2002 ਦੀਆਂ ਇਲੈਕਸ਼ਨਾਂ मौके लोग मुठियां जिथों की बैठे सीगे भी वोटां आउण ते आपां बादलकिਆਂ ਨੂੰ वोटां 'ਚ हराइए। 1997 ਦੇ ਵਿੱਚ ਇਹੀ ਲੋਕ कांग्रेस ਨੂੰ ਹਰਾਉਣ ਲਈ ਜਿਹੜਾ ਸੀਗਾ ਤਤਪਰ ਸੀਗੇ। ਤੇ ਜਦੋਂ 2002 ਵਾਲੀ ਇਲੈਕਸ਼ਨ ਆਈ ਆ ਉਦੋਂ ਲੋਕ ਕਾਂਗਰਸ ਨੂੰ ਜਿਤਾਉਣ ਲਈ ਤਿਆਰ ਬੈਠੇ ਸੀ ਤੇ ਕੈਪਟਨ ਅਮਰਿੰਦਰ ਸਿੰਘ ਫਿਰ ਉਦੋਂ ਮੁੱਖ ਮੰਤਰੀ ਬਣਦਾ। ਮੁੱਖ ਮੰਤਰੀ ਬਣਨ ਤੋਂ ਬਾਅਦ ਇੱਕ ਗੱਲ ਬੜੀ ਕਮਾਲ ਦੀ ਹੋਈ ਕਿ ਲੁਧਿਆਣੇ ਦੇ ਵਿੱਚ ਇੱਕ ਜਗਦੀਸ਼ ਤਾਂਗੜੀ ਹੁੰਦਾ ਸੀਗਾ। ਉਹ ਹਿੰਦੂ ਕੱਟੜਪੰਥੀ ਸੀਗਾ ਤੇ ਆਪਦੇ ਆਪ ਨੂੰ ਜਿਵੇਂ ਬੰਬੇ 'ਚ ਬਾਲ ਠਾਕਰੇ ਦੀ ਦਹਿਸ਼ਤ ਰਹੀ ਆ ਉਵੇਂ ਆਪਦੀ ਉਹ ਸਮਝਦਾ ਸੀਗਾ ਕਿ ਮੇਰੀ ਇੱਥੇ ਤੂਤੀ ਬੋਲਦੀ ਆ ਤੇ ਮੈਂ ਜੋ ਮਰਜ਼ੀ ਕਰਾ ਸਕਦਾ। ਗੁੜ ਮੰਡੀ ਲੁਧਿਆਣੇ ਦੇ ਵਿੱਚ ਜੋ ਅਤਿਆਚਾਰ ਜੋ ਜ਼ੁਲਮ ਤੇ ਜੋ ਬਦਮਾਸ਼ੀ ਜਗਦੀਸ਼ ਤਾਂਗੜੀ ਐਂਡ ਕੰਪਨੀ ਨੇ ਕੀਤੀ, ਇਹੋ ਜਿਹਾ ਪੰਜਾਬ ਦੇ ਵਿੱਚ ਹੋਰ ਵੀ ਕਈ ਗੁੰਡੇ ਬਦਮਾਸ਼ ਸੀਗੇ। ਤੇ ਜਗਦੀਸ਼ ਤਾਂਗੜੀ ਨੂੰ ਜਿਵੇਂ ਹੱਥ ਪਾਇਆ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਮੌਕੇ, ਤੇ ਜਿਵੇਂ ਹੋਰ ਕਈ ਇਹੋ ਜਿਹੇ ਜਿਹੜੇ ਮਾੜੇ ਅਨਸਰ ਸੀਗੇ ਉਹਨਾਂ ਨੂੰ ਹੱਥ ਪਾਈ, ਉਹਦੇ ਕਰਕੇ ਲੋਕਾਂ ਨੂੰ ਬੜਾ ਵਧੀਆ ਲੱਗਿਆ। ਤੇ ਉਸ ਤੋਂ ਅਗਲੀ ਗੱਲ ਇਹ ਕਿ ਲੋਕ ਬਾਦਲਕਿਆਂ ਨੂੰ ਜਦੋਂ ਸੱਤਾ 'ਚ ਲਿਆਂਦਾ ਇਹਨਾਂ ਨੇ, ਜਦੋਂ ਪੰਜਾਬ ਨੇ ਵੋਟ ਪਾਈ ਆ 1997 'ਚ, ਉਹ ਤਾਂ ਪਾਈ ਸੀ ਵੀ ਪੰਥ ਦੁਖੀ ਬੜਾ ਸੀ, ਸਿੱਖ ਦੁਖੀ ਬੜੇ ਸੀ, ਪਰ ਇਹਨਾਂ ਨੇ ਸਿੱਖੀ ਸੁੱਖੀ ਵਾਲੀ ਕਦੇ ਕੋਈ ਗੱਲ ਹੀ ਨਹੀਂ ਰੱਖੀ। ਇਹ ਤਾਂ ਉਲਟ ਚੱਲਦੇ ਆ ਹਮੇਸ਼ਾ ਬਾਦਲ ਪਰਿਵਾਰ ਤਾਂ, ਇਹਨਾਂ ਨੂੰ ਤਾਂ ਸਿੱਖੀ ਦਾ ਕੋਈ ਮਤਲਬ ਹੀ ਨਹੀਂ, ਔਰ ਪੂਰਾ ਜ਼ੋਰ ਲਾ ਕੇ ਦਿਖਾਉਂਦੇ ਆ ਕਿ ਅਸੀਂ ਤਾਂ ਭਾਰਤ ਮਾਤਾ ਕੀ ਜੈ ਵਾਲੇ। ਸੋ ਇਹਨਾਂ ਨੇ ਬਾਦਲ ਪਰਿਵਾਰ ਨੇ ਜੋ ਉਦੋਂ ਕਮਲ ਕੁੱਟਿਆ, नहीं तो जे किते उदों
ਇਹ ਹਿੱਕ ਡਾਹ ਕੇ ਹਿੱਕ ਥਾਪੜ ਕੇ ਪੰਥ ਨਾਲ ਖੜ ਜਾਂਦੇ, ਗੱਲ ਹੀ ਕੁਝ ਹੋਰ ਹੋਣੀ ਸੀ। ਪਰ ਨਾ ਤਾਂ 1997 ਚ ਜਦੋਂ ਬਾਦਲ ਪਰਿਵਾਰ ਸੱਤਾ 'ਚ ਸੀ ਤੇ ਨਰਕਧਾਰੀਆਂ ਨੇ ਮਾਫ ਕਰਨਾ 1978 ਦੇ ਵਿੱਚ ਜਦੋਂ ਨਰਕਧਾਰੀਆਂ ਨੇ ਕਤਲੇਆਮ ਕੀਤਾ, ਨਾ ਤਾਂ ਉਦੋਂ ਬੰਦੇ ਦੇ ਪੁੱਤ ਬਣ ਕੇ ਕੌਮ ਨਾਲ ਖੜੇ, ਪੰਥ ਨਾਲ ਖੜੇ ਬਾਦਲ ਪਰਿਵਾਰ, ਨਾ ਇਹ ਜਦੋਂ 1997 ਤੋਂ ਬਾਅਦ ਖੜੇ ਵੀ ਅਸੀਂ ਜੀ ਖੜਦੇ ਹਾਂ। ਇਹਨਾਂ ਨੇ ਦਿੱਲੀ ਨਾਲ ਖੜ ਕੇ ਪੰਥ ਅਤੇ ਪੰਜਾਬ ਦੇ ਉਲਟ ਭੁਗਤ ਕੇ ਲੋਕਾਂ ਨੂੰ ਇੰਨਾ ਕੁ ਦੁਖੀ ਕਰ ਦਿੱਤਾ ਹੋਇਆ ਸੀਗਾ ਵੀ ਜਦੋਂ ਬਾਅਦ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਫੜ ਕੇ ਇਹਨਾਂ ਨੂੰ ਅੰਦਰ ਕੀਤਾ ਬਾਦਲ ਪਰਿਵਾਰ ਨੂੰ, ਬਾਦਲ ਪਿਓ ਪੁੱਤ ਨੂੰ, ਸ਼ਾਇਦ ਹੀ ਕੋਈ ਵੱਡਾ ਲੀਡਰ ਉਦੋਂ ਬਚਾ ਹੋਵੇ ਜਿਹਦੇ ਕਰਪਸ਼ਨ ਦੇ ਪਰਚੇ ਨਾ ਦਰਜ ਹੋਏ ਹੋਣ। ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਬਾਦਲ ਦਲੀਆਂ ਨੂੰ ਫੜ ਕੇ ਅੰਦਰ ਕੀਤਾ, ਉਸ ਮੌਕੇ ਗੁਰਚਰਨ ਸਿੰਘ ਟੌਹੜਾ ਜਿਹੜਾ ਕਿ ਬਾਦਲ ਨਾਲ ਨਾਰਾਜ਼ ਹੋ ਕੇ ਬਾਦਲ ਦੇ ਜਿਹੜਾ ਸੀਗਾ ਗਲਤੀਆਂ ਤੋਂ ਦੁਖੀ ਹੋ ਕੇ ਵੱਖਰਾ ਸਰਬਹਿੰਦ ਸ਼੍ਰੋਮਣੀ ਅਕਾਲੀ ਦਲ ਬਣਾਈ ਬੈਠੇ ਸੀ, ਉਹਨੇ ਆ ਕੇ ਫਿਰ ਥਾਪੀ ਮਾਰੀ ਤੇ ਇਹ ਇੱਕ ਬੜੀ ਅਜੀਬ ਜੀ ਸਥਿਤੀ ਬਣੀ। ਬਾਦਲ ਤੇ ਟੌਹੜਾ ਫੇਰ ਇਕੱਠੇ ਹੋ ਗਏ ਤੇ ਦੋਨਾਂ ਨੇ ਰਲ ਮਿਲ ਕੇ ਫਿਰ ਉਹ ਮਾਹੌਲ ਬਣਾਇਆ ਕਿ ਅਗਲੀ ਇਲੈਕਸ਼ਨ ਜਿਹੜੀ ਸੀਗੀ ਉਹ ਫਿਰ ਇਹ ਜਿੱਤ ਗਏ। ਇਸ ਦਰਮਿਆਨ ਹੀ ਥੋੜੇ ਟਾਈਮ ਬਾਅਦ ਹੀ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਲੈ ਕੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਜਿਹੜੇ ਆ ਉਹ 2004 ਦੇ ਵਿੱਚ ਸ਼ਾਇਦ ਉਹ ਚੜ੍ਹਾਈ ਕਰ ਗਏ। ਪਰ ਗੱਲ ਦੇਖਣ ਵਾਲੀ ਇਹ ਆ ਕਿ ਲੋਕਾਂ ਨੂੰ ਬੜੀ ਤਸੱਲੀ ਜੀ ਹੋਈ ਸੀਗੀ ਕਿ ਬਾਦਲ ਪਰਿਵਾਰ ਨੂੰ ਜੇਲ੍ਹਾਂ ਦੀਆਂ ਸਲਾਖਾਂ ਪਿੱਛੇ ਕਰਪਸ਼ਨ ਦੇ ਦੋਸ਼ਾਂ 'ਤੇ ਸਿੱਟਿਆ ਗਿਆ ਤੇ ਜਦੋਂ ਇਹ ਬਰੀ ਹੋ ਕੇ ਜਾਂ ਜ਼ਮਾਨਤਾਂ ਤੇ ਆਏ, ਇਹਨਾਂ ਨੂੰ ਅਕਾਲ ਤਖਤ ਤੋਂ ਸਰੋਪੇ ਦਿੱਤੇ ਗਏ ਵੀ ਕਰਪਸ਼ਨ ਦੇ ਕੇਸਾਂ 'ਚੋਂ ਤੁਸੀਂ ਆਏ ਹੋ, ਤੁਹਾਨੂੰ ਸਰੋਪਾ ਦੇਣ ਵਾਲੇ ਦੇ ਵੀ ਫਿੱਟੇ ਮੂੰਹ ਤੇ ਤੁਹਾਡੇ ਲੈਣ ਵੇਲੇ ਦੇ ਵੀ। ਪਰ ਇਹ ਤਾਂ ਫਖਰੇ ਕੌਮ ਦੀ ਇੱਕ ਪਿੱਛੇ ਜੇ ਲੈ ਲਿਆ ਸੀ ਜਥੇਦਾਰ ਗੁਰਬਚਨ ਸਿੰਘ ਤੋਂ। ਸੋ ਇਹ ਜਿਹੜਾ ਸਾਰਾ ਚੱਕਰ ਚੱਲਦਾ ਸੀ, ਇਹਦੇ ਵਿੱਚ ਇੱਕ ਪਾਸੇ ਬਾਦਲ ਪਰਿਵਾਰ ਜਾਂ ਬਾਦਲ ਦਲ ਸੀ, ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਸੀ। ਤੇ ਜਦੋਂ 2007 ਵਿੱਚ ਸਰਕਾਰ ਬਣੀ ਉਦੋਂ ਕੈਪਟਨ ਅਮਰਿੰਦਰ ਸਿੰਘ ਬੜਾ ਜਾਣੀ ਕਿ ਇਸ ਗੱਲ ਦੇ ਵਿੱਚ ਸੀਗਾ ਕਿ ਲੋਕਾਂ ਨੂੰ ਲੱਗਦਾ ਸੀਗਾ ਕਿ ਸ਼ਾਇਦ 2007 ਵਾਂਗੂ ਸਰਕਾਰ ਕਾਂਗਰਸ ਦੀ ਬਣੂ, ਪਰ ਬਣ ਗਈ ਉਦੋਂ ਇਹਨਾਂ ਦੀ ਬਾਦਲਾਂ ਨੇ। ਉਹ ਬਾਦਲ ਦਲ ਦੀ ਜਿਹੜੀ ਸਰਕਾਰ ਬਣੀ ਉਹਦੇ ਵਿੱਚ ਡੇਰਾ ਸਰਸਾ ਵਾਲਾ ਮੁੱਦਾ ਉੱਠਿਆ, ਹੋਰ ਕਈ ਮਸਲੇ ਉੱਠੇ ਤੇ ਇਹਨਾਂ ਸਾਰੇ ਮਸਲਿਆਂ ਕਰਕੇ 2007 ਦੇ ਵਿੱਚ ਦੁਨੀਆ ਫੇਰ ਲੋਟ ਆ ਗਿਆ, ਕਹਾਣੀ ਸੂਤਰ ਆ ਗਈ ਤੇ ਕੈਪਟਨ ਅਮਰਿੰਦਰ ਸਿੰਘ ਫੇਰ ਪੰਜਾਬ ਦਾ ਮੁੱਖ ਮੰਤਰੀ ਬਣ ਗਿਆ। ਹੁਣ ਜਦੋਂ ਦੁਬਾਰਾ ਇਹ ਮੁੱਖ ਮੰਤਰੀ ਬਣਿਆ ਤਾਂ ਉਸ ਮੌਕੇ ਜਿਹੜੀ ਲੋਕਾਂ ਦੇ ਮਨਾਂ ਵਿੱਚ ਸੀਗਾ ਵੀ ਇਹ ਜੀ ਬਾਦਲਕਿਆਂ ਦਾ ਜਲੂਸ ਕੱਢੂਗਾ, ਇਹਨੇ ਜਿਹੜੀਆਂ ਪੰਜਾਬ ਦੀਆਂ ਸਮੱਸਿਆਵਾਂ ਨੇ ਉਹਨਾਂ ਬਾਰੇ ਧਿਆਨ ਦੇਊਗਾ, ਇਹ ਸਾਰੀਆਂ ਗੱਲਾਂ ਦੀ ਆਸ ਐਵੇਂ ਨਹੀਂ ਸੀ। ਇਦੋਂ ਪਹਿਲਾਂ 2002 ਤੋਂ 2007 ਦੇ ਵਿਚਾਲੇ ਕੈਪਟਨ ਅਮਰਿੰਦਰ ਸਿੰਘ ਨੇ ਬੜੇ ਦਲੇਰੀ ਨਾਲ ਕਈ ਫੈਸਲੇ ਜਿਹੜੇ ਸੀਗੇ ਲਏ ਸੀ, ਪਰ 2007 ਤੋਂ ਲੈ ਕੇ 2017 ਦੇ ਵਿਚਾਲੇ ਜੋ ਗਦਰ ਬਾਦਲਕਿਆਂ ਨੇ ਮਚਾਇਆ ਉਹਦੇ ਮੁਤਾਲਕ ਇਹਨੇ ਬੜਾ ਨਿਰਾਸ਼ ਕੀਤਾ। ਜਦੋਂ ਸਰਕਾਰ ਬਣ ਗਈ ਕੈਪਟਨ ਅਮਰਿੰਦਰ ਸਿੰਘ ਦੀ, ਲੋਕਾਂ ਨੂੰ ਤਾਂ ਲੱਗਦਾ ਸੀ ਕਿ ਪਹਿਲਾਂ ਬੜੀ ਜ਼ਰੂਰਤ ਹੋਊਗੀ, ਪਰ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਉਹ ਕੰਜਰ ਕੜੀ ਘੋੜੀ ਕਿ ਇਹਦੀ ਪਾਰਟੀ ਦਾ ਕੋਈ ਬਿਰਲਾ ਹੀ ਲੀਡਰ ਹੋਊਗਾ, ਜਿਹੜੇ ਤਾਂ ਲਵੇਰੂ ਮਹਿਕਮਾ ਹੁੰਦਾ ਉਹਦੀ ਗੱਲ ਛੱਡੋ, ਬਾਕੀ ਸਾਰੇ ਹੀ ਕਲਪਦੇ ਫਿਰਦੇ ਸੀ ਵੀ ਕੱਲ ਨੂੰ ਅਸੀਂ ਵੋਟਾਂ 'ਚ ਜਾਣਾ, ਅਸੀਂ ਪੰਜਾਬ ਦੇ ਲੋਕਾਂ 'ਚ ਕਿਹੜੇ ਮੂੰਹ ਨਾਲ ਜਾਵਾਂਗੇ। ਤੇ ਜਿਹੜੇ ਬਾਦਲਕਿਆਂ ਦੇ ਖਿਲਾਫ ਲੋਕਾਂ ਨੇ ਸਾਨੂੰ ਵੋਟ ਪਾਈ ਆ, ਉਹ ਬਾਦਲ ਦਲੀਏ ਤਾਂ ਪੰਜਾਬ ਦੇ ਵਿੱਚ ਦਮਗਜੇ ਮਾਰਦੇ ਫਿਰਦੇ ਆ, ਇਹਨਾਂ ਨੂੰ ਤਾਂ ਘਰੋਂ ਨਿਕਲਣ ਨਹੀਂ ਸੀ ਲੋਕ ਦਿੰਦੇ। ਅਸੀਂ ਕਿਹੋ ਜਿਹਾ ਮਾਹੌਲ ਬਣਾਤਾ ਕਾਂਗਰਸ ਨੇ ਕਿ ਕਾਂਗਰਸ ਵਾਲੇ ਡਰੇ ਪਏ ਨੇ ਕਿ ਅਗਲੀ ਇਲੈਕਸ਼ਨ ਮੌਕੇ ਲੋਕ ਸਾਡੇ ਜੁੱਤੀਆਂ ਮਾਰਨਗੇ ਕਿ ਤੁਸੀਂ ਕੀਤਾ ਕੀ ਹੈ। ਸੋ ਅੱਜ ਦੇ ਅਖਬਾਰਾਂ 'ਚ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਰੁਖਸਤੀ ਹੋਈ ਆ, ਜਦੋਂ ਅਸਤੀਫਾ ਦੇਣਾ ਪਿਆ, ਉਹਦੇ ਬਾਰੇ ਜਿਹੜੀ ਪੰਜਾਬੀ ਟ੍ਰਿਬਿਊਨ ਦੀ ਖਬਰ ਆ ਜਿਹੜੀ ਉਹ ਤੇ ਆਪਾਂ ਥੋੜਾ ਜਿਹਾ ਧਿਆਨ ਦਈਏ ਤੇ ਇਹ ਖਬਰ ਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਮੁੱਖ ਮੰਤਰੀ ਵਜੋਂ ਦੂਜੀ ਪਾਰੀ ਉਹਨਾਂ ਦੇ ਸਿਆਸੀ ਅਕਸ ਨੂੰ ਢਾਹ ਲਾ ਗਈ, ਜਿਸ ਦੇ ਨਤੀਜੇ ਵਜੋਂ ਉਹਨਾਂ ਨੂੰ ਆਪਣੇ 5 ਵਰ੍ਹਿਆਂ ਦਾ ਕਾਰਜਕਾਲ ਪੂਰਾ ਕਰਨਾ ਨਸੀਬ ਨਾ ਹੋਇਆ। ਦੂਸਰੀ ਪਾਰੀ ਵਿੱਚ ਉਹਨਾਂ ਦੀ ਭਰੋਸੇਯੋਗਤਾ ਨੂੰ ਵੱਡੀ ਢਾਹ ਲੱਗੀ ਤੇ ਕੈਪਟਨ ਅਮਰਿੰਦਰ ਸਿੰਘ ਆਪਣੇ ਪੁਰਾਣੇ ਅਕਸ ਨੂੰ ਕਾਇਮ ਰੱਖਣ ਵਿੱਚ ਫੇਲ ਰਹੇ। ਜਦੋਂ ਬੜਾ 2017 ਵਿੱਚ ਚੋਣਾਂ ਸਨ ਤਾਂ ਕੈਪਟਨ ਅਮਰਿੰਦਰ ਸਿੰਘ ਮਜ਼ਬੂਤ ਆਗੂ ਵਜੋਂ ਉੱਭਰੇ ਸੀ, ਪਰ ਛੇਤੀ ਹੀ ਉਹ ਲੋਕ ਮਨਾਂ ਵਿੱਚੋਂ ਆਪਣੀ ਪੈਂਠ ਗਵਾ ਬੈਠੇ। ਅਮਰਿੰਦਰ ਸਿੰਘ ਵੱਲੋਂ ਸ਼੍ਰੀ ਗੁਟਕਾ ਸਾਹਿਬ ਦੀ ਸਹੁੰ ਖਾਣੀ ਤੇ ਉਸ ਉੱਤੇ ਪਹਿਰਾ ਨਾ ਦੇਣਾ ਵੀ ਸਿਆਸੀ ਚਰਚਾ ਵਿੱਚ ਰਿਹਾ।
ਪਹਿਲੀ ਪਾਰੀ ਦੌਰਾਨ ਅਮਰਿੰਦਰ ਸਿੰਘ ਦਿਲੇਰਾਨਾ ਫੈਸਲੇ ਲੈਣ ਵਜੋਂ ਜਾਣੇ ਜਾਂਦੇ ਸਨ। ਸਭ ਤੋਂ ਮਹਿੰਗਾ ਉਹਨਾਂ ਨੂੰ ਐਤਕੀ ਬਾਦਲਾਂ ਪ੍ਰਤੀ ਦੋਸਤਾਨਾ ਰਵੱਈਆ ਪਿਆ। ਚੋਣਾਂ ਵਿੱਚ ਥੋੜਾ ਸਮਾਂ ਰਹਿਣ ਦੇ ਬਾਵਜੂਦ ਅਮਰਿੰਦਰ ਸਿੰਘ ਨੇ ਸਿਆਸੀ ਰੁਖ ਵਿੱਚ ਕੋਈ ਬਦਲਾਅ ਨਾ ਲਿਆਂਦਾ। ਜਦੋਂ ਕਾਂਗਰਸੀ ਵਿਧਾਇਕਾਂ ਤੇ ਵਜ਼ੀਰਾਂ ਨੂੰ ਜਾਪਿਆ ਕਿ ਉਹਨਾਂ ਨੂੰ ਅਗਲੀਆਂ ਚੋਣਾਂ ਵਿੱਚ ਲੋਕ ਕਚਹਿਰੀ ਵਿੱਚ ਮੂੰਹ ਦਿਖਾਉਣਾ ਮੁਸ਼ਕਲ ਹੋ ਜਾਵੇਗਾ, ਤਾਂ ਉਹਨਾਂ ਕੈਪਟਨ ਖਿਲਾਫ ਝੰਡਾ ਚੱਕ ਲਿਆ। ਸਿਆਸੀ ਮਾਹਿਰ ਆਖਦੇ ਨੇ ਕਿ ਅਮਰਿੰਦਰ ਸਿੰਘ ਨੇ ਦੂਸਰੀ ਪਾਰੀ ਦੌਰਾਨ ਜਿੱਥੇ ਆਮ ਲੋਕਾਂ ਤੋਂ ਦੂਰੀ ਬਣਾਈ ਰੱਖੀ, ਉੱਥੇ ਪਾਰਟੀ ਦੇ ਵਿਧਾਇਕਾਂ ਅਤੇ ਵਜ਼ੀਰਾਂ ਨੂੰ ਵੀ ਮਿਲਣ ਲਈ ਸਮਾਂ ਨਹੀਂ ਦਿੰਦੇ ਸਨ। ਸਿਸਮਾ ਫਾਰਮ ਹਾਊਸ ਵਿੱਚੋਂ ਨਾ ਨਿਕਲਣਾ ਵੀ ਉਹਨਾਂ ਨੂੰ ਸਿਆਸੀ ਤੌਰ ਤੇ ਲੋਕਾਂ ਤੋਂ ਦੂਰ ਲੈ ਗਿਆ। ਇਸੇ ਤਰ੍ਹਾਂ ਅਮਰਿੰਦਰ ਸਿੰਘ ਦੀ ਨੌਕਰਸ਼ਾਹੀ ਉੱਤੇ ਲੋੜੋਂ ਵੱਧ ਨਿਰਭਰਤਾ ਤੇ ਅਫਸਰਸ਼ਾਹੀ ਨੂੰ ਤਰਜੀਹ ਦੇਣ ਨਾਲ ਵੀ ਕੈਪਟਨ ਦੀ ਭੱਲ ਨੂੰ ਢਾਹ ਲੱਗੀ ਹੈ। ਅਮਰਿੰਦਰ ਸਿੰਘ ਵੱਲੋਂ ਆਪਣੇ ਚੀਫ ਪ੍ਰਮੁੱਖ ਸਕੱਤਰ ਨੂੰ ਪੂਰੀ ਕਮਾਨ ਦਿੱਤੇ ਜਾਣ ਤੋਂ ਚੁਣੇ ਹੋਏ ਨੁਮਾਇੰਦੇ ਹੇਠੀ ਮਹਿਸੂਸ ਕਰਦੇ ਸਨ। ਹਾਈ ਕਮਾਨ ਦਾ ਮਨ ਉਦੋਂ ਕੱਟਾ ਪੈਣਾ ਸ਼ੁਰੂ ਹੋ ਗਿਆ ਹੈ ਜਦੋਂ 18 ਨਿਕਾਤੀ ਏਜੰਡੇ ਤੋਂ ਵੀ ਉੱਤੇ ਵੀ ਅਮਰਿੰਦਰ ਸਿੰਘ ਨੇ ਕੋਈ ਠੋਸ ਕਾਰਵਾਈ ਨਾ ਕੀਤੀ। ਹਾਈ ਕਮਾਨ ਨੂੰ ਇਹ ਗੱਲ ਪੱਕੀ ਹੋਣ ਲੱਗੀ ਸੀ ਕਿ ਅਮਰਿੰਦਰ ਸਿੰਘ ਸਿਆਸੀ ਵਿਰੋਧੀ ਬਾਦਲਾਂ ਨਾਲ ਵੀ ਅੰਦਰੋਂ ਅੰਦਰੀ ਘਿਓ ਖਿਚੜੀ ਹਨ। ਬਾਈਬਲ ਕਲਾਂ ਤੇ ਬਰਗਾੜੀ ਦੇ ਮਾਮਲੇ ਉੱਤੇ ਕੋਈ ਕਾਰਵਾਈ ਨਾ ਕਰਨਾ, ਬਿਜਲੀ ਸਮਝੌਤਿਆਂ ਤੇ ਚੁੱਪ ਬੱਟਣਾ ਤੇ ਹਰ ਤਰ੍ਹਾਂ ਦੇ ਮਾਫੀਏ ਨੂੰ ਖੁੱਲੀ ਛੁੱਟੀ ਦੇਣਾ ਤੇ ਵੱਡੇ ਨਸ਼ਾ ਤਸਕਰਾਂ ਤੋਂ ਮੂੰਹ ਫੋੜਨਾ, ਇਹ ਸਭ ਮਾਮਲੇ ਹਨ ਜਿਨ੍ਹਾਂ ਕਰਕੇ ਆਮ ਲੋਕ ਵੀ ਅਮਰਿੰਦਰ ਨੂੰ ਕਮਾਨ ਦੇ ਕੇ ਪਛਤਾਉਣ ਲੱਗ ਪਏ ਸਨ। ਭਾਵੇਂ ਅਮਰਿੰਦਰ ਨੇ ਕਿਸਾਨ ਪੱਖੀ ਕਈ ਫੈਸਲੇ ਲਏ ਹਨ, ਪਰ ਉਹਨਾਂ ਦੀ ਪੰਜਾਬ ਵਿੱਚੋਂ ਗੈਰ ਹਾਜ਼ਰੀ ਸਭ ਨੂੰ ਰੜਕਦੀ ਰਹੀ ਹੈ। ਅਮਰਿੰਦਰ ਸਿੰਘ ਪੰਜਾਬ ਨੂੰ ਆਰਥਿਕ ਪੱਖੋਂ ਤੇ ਪੈਰਾਂ ਸਿਰ ਨਹੀਂ ਕਰ ਸਕੇ। ਸੂਤਰ ਰੱਖਦੇ ਨੇ ਕਿ ਅਮਰਿੰਦਰ ਸਿੰਘ ਦੀ ਕੇਂਦਰ ਦੀ ਭਾਜਪਾ ਸਰਕਾਰ ਨਾਲ ਅੰਦਰੋਂ ਸੁਰ ਮਿਲਦੀ ਹੋਣ ਦਾ ਵੀ ਸ਼ੱਕ ਲੋਕਾਂ 'ਚ ਵੱਧਦਾ ਜਾ ਰਿਹਾ। ਅਮਰਿੰਦਰ ਸਿੰਘ ਭਾਜਪਾ ਖਿਲਾਫ ਦਬਮੀ ਸੁਰ ਵਿੱਚ ਬੋਲ ਰਹੇ ਹਨ। ਭ੍ਰਿਸ਼ਟਾਚਾਰ ਖਿਲਾਫ ਮੁਹਿੰਮ ਠੰਡੀ ਰਹੀ ਤੇ ਉਹਨਾਂ ਐਤਕੀ ਦੀ ਪਾਰੀ ਦੌਰਾਨ ਕਿਸੇ ਵੀ ਸਿਆਸੀ ਆਗੂ ਨੂੰ ਹੱਥ ਨਹੀਂ ਪਾਇਆ। ਇਹ ਅੱਜ ਦੇ ਪੰਜਾਬੀ ਟ੍ਰਿਬਿਊਨ ਦੀ ਖਬਰ ਆ, ਚਰਨਜੀਤ ਭੁੱਲਰ ਦੀ ਰਿਪੋਰਟ ਸੀਗੀ ਜਿਹੜੀ ਆਪਾਂ ਪੜ੍ਹੀ ਆ। ਗੱਲ ਇਹ ਆ ਕਿ ਲੋਕਾਂ ਨੂੰ ਤਾਂ ਆਸ ਸੀ ਕਿ ਸਹੁੰ ਖਾਧੀ ਆ ਗੁਟਕਾ ਸਾਹਿਬ ਦੀ ਕਿ 100 ਦਿਨ 'ਚ ਜੀ ਨਸ਼ੇ ਜਿਹੜੇ ਆ ਉਹ ਮੈਂ ਬੰਦ ਕਰ ਦੂੰ। ਚਲੋ 100 ਦਿਨ ਨਹੀਂ 200 ਦਿਨ ਲਾ ਲੈਂਦੇ, ਪਰ 4 ਸਾਲ ਦੇ ਵਿੱਚ ਵੀ ਨਸ਼ਿਆਂ ਬਾਰੇ ਕੋਈ ਕਾਰਗਰ ਕਾਰਵਾਈ ਨਹੀਂ ਕੀਤੀ। ਇਹ ਕੈਪਟਨ ਅਮਰਿੰਦਰ ਸਿੰਘ ਦੀ ਸਭ ਤੋਂ ਅਹਿਮ ਜਿਹੜੀ ਗਲਤੀ ਆ ਉਹਨਾਂ ਚੋਂ। ਦੂਜਾ ਸੀ ਬਰਗਾੜੀ ਕਾਂਡ, ਬੇਅਦਬੀ ਕਾਂਡ। ਇਸ ਕਾਂਡ ਬਾਰੇ ਨਾ ਤਾਂ ਬਰਗਾੜੀ ਦੇ ਦੋਸ਼ੀਆਂ ਨੂੰ ਕੋਈ ਚੱਜ ਹਾਲ ਦੀ ਸਜ਼ਾ, ਪੰਜਾਬ ਅਸੈਂਬਲੀ ਦੇ ਵਿੱਚ ਕਲਪ ਕੇ ਵਿਧਾਇਕ ਪਿੱਟਦੇ ਰਹੇ ਕਿ ਇਹਨਾਂ ਦੋਸ਼ੀਆਂ ਖਿਲਾਫ ਕਾਰਵਾਈ ਕਰਨੀ ਬਣਦੀ ਹੈ, ਪਰ ਨਹੀਂ ਕੀਤੀ ਗਈ। ਜੇ ਕੀਤੀ ਗਈ ਤਾਂ ਇਸ ਹਿਸਾਬ ਨਾਲ ਕੀਤੀ ਗਈ ਕਿ ਦੋਸ਼ੀ ਬੜੀ ਮੌਜ ਨਾਲ ਜ਼ਮਾਨਤਾਂ ਲਾ ਕੇ ਆਉਗੇ। ਜਿਹੜੀ ਸੈਣੀ ਵਾਲੀ ਕਾਰਵਾਈ ਸੀ, ਸੈਣੀ ਨੂੰ ਹੱਥ ਪਾਉਣਾ ਸੀ, ਪਰ ਸੈਣੀ ਦਾ ਜਿਹੜਾ ਸੀਗਾ ਉਹ ਆਰਾਮ ਨਾਲ ਜ਼ਮਾਨਤ ਪੱਕੀ ਲੈ ਗਿਆ ਕਿ ਅਗਲੀਆਂ ਵੋਟਾਂ ਤੱਕ ਕੋਈ ਉਹਨੂੰ ਹੱਥ ਨਹੀਂ ਪਾ ਸਕਦਾ। ਬਾਦਲ ਪਰਿਵਾਰ ਵੱਲ ਤਾਂ ਝਾਕਿਆ ਹੀ ਨਹੀਂ ਗਿਆ ਐਤਕੀ ਕੈਪਟਨ। ਇਹ ਸਾਰੇ ਮਸਲੇ ਨੂੰ ਨਜਿੱਠਣ ਲਈ ਜਿਹੜੀ ਪੰਜਾਬ ਦੀ ਅਫਸਰਸ਼ਾਹੀ ਸੀ, ਜਿਹੜਾ ਐਡਵੋਕੇਟ ਜਨਰਲ ਤੇ ਵਕੀਲਾਂ ਦੀ ਫੌਜ ਆ, ਉਹ ਜੇਕਰ ਇੰਨੇ ਜੋਗੇ ਵੀ ਹੈ ਨਹੀਂ ਗਏ ਵੀ ਜਿਹੜੀਆਂ ਜ਼ਮਾਨਤਾਂ ਹੋਣੀਆਂ ਨੇ ਇਹਨਾਂ ਦੀਆਂ, ਸੈਣੀ ਉਹਨਾਂ ਦੀਆਂ ਜਾਂ ਬਰਗਾੜੀ ਵਾਲੇ ਦੋਸ਼ੀਆਂ ਦੀਆਂ ਜਾਂ ਚਰਨਜੀਤ ਸ਼ਰਮਾ, ਉਮਰਾ ਨੰਗਲ, ਇਹ ਸਾਰੇ ਮਾਮਲਿਆਂ ਤੇ ਅਦਾਲਤ ਦੇ ਵਿੱਚ ਇੱਥੇ ਮੈਂ ਦੇਖਿਆ ਕਈਆਂ ਤੇ 751 ਹੋ ਜਾਂਦੀ ਆ ਸਾਡੇ ਬੰਦਿਆਂ ਤੇ ਉਹਨਾਂ ਦੀ 751 ਸੁਪਰੀਮ ਕੋਰਟ ਤੱਕ ਨਹੀਂ ਟੁੱਟਦੀ, ਹਾਈ ਕੋਰਟ ਤੱਕ, ਸੁਪਰੀਮ ਕੋਰਟ ਤੱਕ ਭੱਜੇ ਫਿਰਦੇ ਆ, ਚਾਹੇ ਸਾਲ 2-2 ਸਾਲ ਉਹਨਾਂ ਨੂੰ ਜੇਲ੍ਹਾਂ 'ਚ ਕੱਟਣਾ ਪੈ ਜਾਂਦਾ। ਤੇ ਕਿੱਡਾ ਵੱਡਾ ਗੁਨਾਹ ਵਾ ਬਰਗਾੜੀ ਬੇਅਦਬੀ ਜਾਂ ਪੁਲਿਸ ਵਾਲਿਆਂ ਨੇ ਜਿਨ੍ਹਾਂ ਨੇ ਜ਼ੁਲਮ ਕੀਤਾ, ਕਿੱਡੀਆਂ ਖਤਰਨਾਕ ਧਾਰਾਵਾਂ ਵਾਲਾ ਕੇਸ ਸੀ ਤੇ ਸੈਣੀ ਵਰਗਿਆਂ ਨੂੰ ਮਿੰਟੋ ਮਿੰਟੀ ਜ਼ਮਾਨਤਾਂ ਹੁੰਦੀਆਂ ਰਹੀਆਂ। ਉਹੀ ਸਿਸਟਮ, ਉਹੀ ਸਰਕਾਰ, ਉਹੀ ਅਦਾਲਤਾਂ ਨੇ ਜਿਹੜੀਆਂ 751 ਵਰਗੇ ਬੇਕਾਰਜੀ ਧਾਰਾ ਦੇ ਵਿੱਚ ਵੀ 1.5 ਸਾਲ 2 ਸਾਲ ਅੰਦਰ ਲਵਾ ਦਿੰਦੇ ਆ। ਤੇ ਉਸੇ ਸਿਸਟਮ ਦੇ ਵਿੱਚੋਂ ਇਹਨਾਂ ਪੁਲਸੀਆਂ ਨੂੰ ਇੰਨੀ ਖੁੱਲ੍ਹ ਮਿਲੀ ਗਈ, ਇਹਨਾਂ ਜ਼ਾਲਮਾਂ ਨੂੰ ਇੰਨੀ ਖੁੱਲ੍ਹ ਮਿਲੀ ਗਈ। ਸੋ ਜਿਹੜਾ ਬੇਅਦਬੀ ਵਾਲਾ ਕਾਂਡ ਸੀ ਉਹਦੇ ਵਿੱਚ ਤਾਂ ਜਿਵੇਂ ਬਾਦਲ ਪਰਿਵਾਰ ਨੇ ਡੇਰਾ ਸਰਸਾ ਦੇ ਬੱਚੇ ਨੂੰ ਇਹ ਸੁਨੇਹਾ ਲਾਇਆ ਹੋਇਆ ਕਿ ਸਾਨੂੰ ਕੋਈ ਤਕਲੀਫ ਨਹੀਂ ਕਿ ਤੁਸੀਂ ਬਰਗਾੜੀ 'ਚ ਬੇਅਦਬੀ ਕੀਤੀ ਜਾਂ ਸਾਡੇ ਰਾਜ ਵਿੱਚ ਬੇਅਦਬੀਆਂ ਕੀਤੀਆਂ ਜਿਹੜੀਆਂ ਤੁਸੀਂ ਹੁਣ ਵੀ ਕਰ ਰਹੇ ਹੋ, ਸਾਨੂੰ ਉਹਦੀ ਵੀ ਕੋਈ ਤਕਲੀਫ ਨਹੀਂ। ਬਾਦਲ ਪਰਿਵਾਰ ਨੇ ਠੋਕ ਵਜਾ ਕੇ ਦੇਖੋ, ਬੁੱਲ ਤੋਂ ਬੁੱਲ ਨਹੀਂ ਚੱਕਿਆ। ਹਾਂ, ਤਖਤ ਸ੍ਰੀ ਕੇਸਗੜ੍ਹ ਸਾਹਿਬ ਬੇਅਦਬੀ ਹੋਈ ਆ, ਉਹਦੇ ਵਿੱਚ ਵੀ ਹੁਣ ਤੱਕ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੂੰ ਜਾਂ ਬੀਬੀ ਜਗੀਰ ਕੌਰ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਤਾਂ ਕਹਿਤਾ ਵੀ ਤੁਸੀਂ ਥੋੜੇ ਜਿਹੇ ਲਲਕਾਰੇ ਲੁਕੂਰੇ ਜੇ ਮਾਰ ਕੇ ਲੋਕਾਂ ਨੂੰ ਵਹਿਮ ਜਾ ਪਾਉਣ ਦੀ ਕੋਸ਼ਿਸ਼ ਕਰੋ ਕਿ ਜੀ ਬਾਦਲ ਦਲ ਫੱਟੇ ਚੱਕੀ ਜਾਂਦਾ, ਔਰ ਬਾਦਲ ਦਲ ਦੇ ਕਿਸੇ ਵੀ ਲੀਡਰ ਨੇ ਡੇਰਾ ਸਰਸਾ ਬਾਰੇ ਬੁੱਲ ਤੋਂ ਬੁੱਲ ਨਹੀਂ ਚੱਕੀ।
बादल परिवार पूरी खूबसूरती नाल ये यकीन करा रहा डेरा सरसा नूं कि सानू पहलों वालियां बरगाड़ी तो लैके हुण तक दीयां बेअदबियां दी तां गल छड्डो, असीं तां तुहाडा डेरा सलाबतपुर वाला केस आ जिहड़ा ओह भी वापस ले लिया सी, तुहानूं माफ भी करता सी, असीं तुहाडे खिदमतगार हां ते जदों गाहां वोटां आउणीआं सानूं वोटां पाइओ। ते जिहड़ा इहो ਜਿਹੀ ਭੈੜੀ ਨਿਕੰਮੀ ਤੇ ਘਟੀਆ ਸਿਆਸਤ ਕਰਨ ਵਾਲਾ ਬਾਦਲ ਪਰਿਵਾਰ ਆ, ਜੇ ਉਹਨੂੰ ਟੰਗਿਆ ਜਾਵੇ ਤਾਂ ਸਾਰਾ ਜਿਹੜਾ ਸਿੱਖ ਜਗਤ ਆ ਉਹ ਖੁਸ਼ ਹੋਊ। ਤੇ ਸਿਆਸਤ ਵਿੱਚ ਆਪਦੀਆਂ ਲੋੜਾਂ ਵਿੱਚ ਵੀ ਕਈ ਵਾਰੀ ਇਹੋ ਜਿਹਾ ਕੁਝ ਕਰ ਲਿਆ ਜਾਂਦਾ ਵੋਟ ਬੈਂਕ ਨੂੰ ਮਜ਼ਬੂਤ ਕਰਨ ਲਈ, ਪਰ ਬਾਦਲ ਪਰਿਵਾਰ ਨੂੰ ਹੱਥ ਪਾਉਣ ਦੀ ਬਜਾਏ ਕੈਪਟਨ ਅਮਰਿੰਦਰ ਸਿੰਘ ਨੇ ਇਹਨਾਂ ਨਾਲ ਦੋਸਤਾਨਾ ਰਵੱਈਆ ਰੱਖਿਆ। ਪਿੱਟ ਪਿੱਟ ਕੇ ਮਰ ਗਏ ਕਾਂਗਰਸੀ ਲੀਡਰ, ਬਾਕੀਆਂ ਦੀ ਗੱਲ ਛੱਡੋ, ਕਾਂਗਰਸ ਦੇ ਲੀਡਰਾਂ ਦੀ ਵੀ ਸੁਣਵਾਈ ਨਹੀਂ ਹੋਈ, ਦਿੱਲੀ ਜਾ ਕੇ ਵੀ ਪਿੱਟੇ ਆ ਉਹ ਜਿਹੜੀ ਕਾਂਗਰਸ ਦੀ ਹਾਈ ਕਮਾਨ ਆ। ਪਰ ਬਾਦਲ ਪਰਿਵਾਰ ਦੇ ਖਿਲਾਫ ਕੈਪਟਨ ਅਮਰਿੰਦਰ ਸਿੰਘ ਨੇ ਬੁੱਲ ਤੋਂ ਬੁੱਲ ਨਹੀਂ ਚੱਕੇ ਤੇ ਬਾਦਲ ਪਰਿਵਾਰ ਨੇ ਡੇਰਾ ਸਰਸਾ ਖਿਲਾਫ ਬੁੱਲ ਤੋਂ ਬੁੱਲ ਨਹੀਂ ਚੱਕੇ। ਇਹ ਭਾਣਾ, ਇਹ ਕੀ ਖੇਡ ਵਾਪਰ ਰਹੀ ਹੈ ਜੀ। ਤੇ ਇਸ ਤਰੀਕੇ ਨਾਲ ਲੋਕਾਂ ਦੀਆਂ ਭਾਵਨਾਵਾਂ, ਸਿੱਖਾਂ ਦੇ ਜਜ਼ਬਾਤਾਂ ਦੇ ਨਾਲ ਖੇਡ ਕੇ ਕਿੰਨਾ ਕੁ ਟਾਈਮ ਕੰਮ ਚੱਲਦਾ ਰਹਿੰਦਾ। ਖਾਸ ਤੌਰ ਤੇ ਬਰਗਾੜੀ ਜਾ ਕੇ ਜਿਹੜੇ ਲੀਡਰਾਂ ਨੇ ਕਾਂਗਰਸ ਦਿਆਂ ਨੇ ਐਡੀਆਂ ਲੰਮੀਆਂ ਚੌੜੀਆਂ ਤਕਰੀਰਾਂ ਕਰਕੇ ਦਮ ਗੱਜੇ ਮਾਰੇ, ਪਰਨ ਕੀਤੇ, ਸੌਹਾਂ ਖਾਧੀਆਂ, ਅਹਿਦ ਕੀਤਾ ਵੀ ਅਸੀਂ ਚੱਕ ਦਿਆਂਗੇ ਫੱਟੇ, ਉਹਨਾਂ ਨੂੰ ਤਾਂ ਭਾਈ ਧਿਆਨ ਸਿੰਘ ਮੰਡ ਕਾਰਜਕਾਰੀ ਜਥੇਦਾਰ ਆ ਜਿਹੜੇ ਅਕਾਲ ਤਖਤ ਸਾਹਿਬ ਦੇ ਸਰਬੱਤ ਖਾਲਸਾ ਚੱਬੇ ਵਾਲੇ ਥਾਪੇ ਹੋਏ, ਉਹ ਸੰਮਣ ਕਰਨ ਲੱਗੇ ਹੋਏ ਨੇ। ਤੇ ਇਹ ਇਸ ਗੱਲ ਦੇ ਬਾਰੇ ਉਹ ਸਮਝਦੇ ਆ ਕਿ ਸਾਡੇ ਨਾਲ ਜੋ ਹੋ ਰਿਹਾ ਠੀਕ ਹੀ ਹੋ ਰਿਹਾ, ਕਿਉਂਕਿ ਅਸੀਂ ਜਾ ਕੇ ਉੱਤੇ ਸਟੇਜ ਦੇ ਉੱਤੇ ਸੰਗਤ ਨੂੰ ਕਿਹਾ ਸੀਗਾ ਵੀ ਤੁਸੀਂ ਇਹ ਖਤਮ ਕਰ ਦਿਓ। ਧਿਆਨ ਸਿੰਘ ਮੰਡ ਨੇ, ਭਾਈ ਧਿਆਨ ਸਿੰਘ ਮੰਡ ਨੇ ਇੱਕ ਤਾਂ ਸੰਗਤਾਂ ਤੋਂ ਤੋਏ ਕਰਾਈ, ਇੰਨਾ ਵਿਰੋਧ ਹੋਇਆ, ਦੂਜੇ ਪਾਸੇ ਸਰਕਾਰ ਜਿਹੜੀ ਕੁਝ ਕਰ ਨਹੀਂ ਰਹੀ। ਤੇ ਜਦੋਂ 18 ਸਤੰਬਰ 2018 ਨੂੰ ਉਦੋਂ ਭਾਈ ਧਿਆਨ ਸਿੰਘ ਮੰਡ ਨੇ ਕਿਹਾ ਸੀ ਵੀ ਜੇਕਰ ਇਹਨੇ ਨਾ ਇਨਸਾਫ ਕੀਤਾ, ਜੇਕਰ ਕੈਪਟਨ ਅਮਰਿੰਦਰ ਸਿੰਘ ਨੇ ਬੇਅਦਬੀ ਦੇ ਮਸਲੇ ਤੇ ਇਨਸਾਫ ਨਾ ਕੀਤਾ, ਫਿਰ ਜਿਹੜੀ ਖੱਡ 'ਚ ਅਮਰਿੰਦਰ ਸਿੰਘ, ਜਿਹੜੀ ਖੱਡ 'ਚ ਬਾਦਲ ਪਰਿਵਾਰ ਪਿਆ ਵਾ ਉਹਦੇ ਵਿੱਚ ਹੀ ਜਾ ਕੇ ਇਹ ਪੈ ਜਾਊਗਾ। ਇਹ ਤਾਂ ਹੁਣ ਕਬਰ ਪੱਟੀ ਗਈ। ਉਹੀ ਗੱਲ ਹੋਈ ਕਿ 18 ਸਤੰਬਰ 2018 ਨੂੰ ਜਿਹੜੀ ਗੱਲ ਕਹੀ ਸੀ ਉਹ 18 ਸਤੰਬਰ 2021 ਨੂੰ ਲੋਕਾਂ ਨੇ ਪੂਰੀ ਹੁੰਦੀ ਦੇਖ ਲਈ। ਭਾਈ ਧਿਆਨ ਸਿੰਘ ਮੰਡ ਦੇ ਬੋਲ ਸੱਚੇ ਸਾਬਤ ਹੋ ਗਏ ਤੇ ਅਸਤੀਫਾ ਦੇਣਾ ਪੈ ਗਿਆ। ਤੇ ਐਤਕੀ ਆਪ ਪਿੱਟ ਰਿਹਾ ਕਿ ਮੇਰੀ ਬੜੀ ਬੇਇੱਜ਼ਤੀ ਹੋਈ ਆ, ਮੈਨੂੰ ਬੜਾ ਜਲੀਲ ਕੀਤਾ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਹਰ ਉਸ ਬੰਦੇ ਦਾ ਮਾਣ ਤੋੜਿਆ ਜਿਹੜਾ ਇਨਸਾਫ ਦੀ ਇਸ ਸਿਸਟਮ ਤੋਂ ਮਾੜੀ ਮੋਟੀ ਕੋਈ ਆਸ ਰੱਖੀ ਬੈਠਾ। ਇੱਕ ਤਾਂ ਚਲੋ ਸਾਡੇ ਆ ਗਿਆ ਜਿਨ੍ਹਾਂ ਨੂੰ ਇਸ ਸਿਸਟਮ ਤੋਂ ਕੀ ਆਸ ਸੀ, ਪਰ ਇਸ ਸਿਸਟਮ ਦੇ ਵਿੱਚ 2017 ਤੋਂ ਲੈ ਕੇ ਹੁਣ ਤੱਕ ਜਿੰਨੀਆਂ ਬੇਅਦਬੀਆਂ ਹੋਈਆਂ ਨੇ, ਹਰੇਕ ਬੇਅਦਬੀ ਕਰਨ ਵਾਲੇ ਨੂੰ ਇਹ ਕਹਿ ਕੇ ਪੁਲਿਸ ਵਾਲੇ ਬਾਦਲ ਕੈਪਟਨ ਸਰਕਾਰ ਜਿਹੜੀ ਉਹ ਫਾਰਗ ਕਰਦੀ ਰਹੀ ਆ, ਰਾਹਤ ਦਿੰਦੀ ਰਹੀ ਆ ਕਿ ਜੀ ਇਹ ਮੈਂਟਲੀ ਅਪਸੈਟ ਆ। ਇੱਥੋਂ ਤੱਕ ਕਿ ਜਿਹੜੀ ਆ ਕੇਸਗੜ੍ਹ ਸਾਹਿਬ ਬੇਅਦਬੀ ਹੋਈ ਆ, ਇਹਦੇ 'ਚ ਵੀ ਪੁਲਿਸ ਵਾਲੇ ਨੇ ਕਹਿਤਾ ਜੀ ਉਹ ਮੈਂਟਲੀ ਤੌਰ ਤੇ ਠੀਕ ਨਹੀਂ ਹੈਗਾ। ਹੁਣ ਬਾਦਲ ਕਿਆ ਤੋਂ ਤਾਂ ਕੋਈ ਆਸ ਰਹੀ ਨਹੀਂ ਸੀ ਤੇ ਕੈਪਟਨ ਇਹ ਕਹਿ ਕੇ ਆਇਆ ਸੀ ਵੀ ਚੱਕ ਦਿਆਂਗੇ ਫੱਟੇ। ਸਾਡੇ ਸਾਹਮਣੇ ਆ ਵੀਡੀਓ ਤੁਰੀਆਂ ਫਿਰਦੀਆਂ ਜਿਹਦੇ ਵਿੱਚ ਜਿਹੜਾ ਨਵਜੋਤ ਸਿੰਘ ਸਿੱਧੂ ਤੋਂ ਲੈ ਕੇ ਕਿਹੜਾ ਕਾਂਗਰਸੀ ਲੀਡਰ ਆ ਜਿਹਨੇ ਇਸ ਗੱਲ ਦਾ ਨਹੀਂ ਵਚਨ ਕੀਤਾ ਵੀ ਅਸੀਂ ਜੀ ਬਰਗਾੜੀ ਬੇਅਦਬੀ ਦਾ ਜਾਂ ਹੋਰ ਬੇਅਦਬੀਆਂ ਦਾ ਇਨਸਾਫ ਕਰਾਂਗੇ। ਸੋ ਇਹ ਜਿਹੜੀਆਂ ਬੇਅਦਬੀਆਂ ਵਾਲਾ ਮਸਲਾ ਸੀ ਇਹ ਬਹੁਤ ਹੀ ਜ਼ਿਆਦਾ ਅਹਿਮ ਸੀ, ਪਰ ਕੈਪਟਨ ਅਮਰਿੰਦਰ ਸਿੰਘ ਤਾਂ ਜਿਵੇਂ ਕਹਿੰਦੇ ਆ ਮਕਰਾ ਹੋ ਕੇ ਬਹਿ ਗਿਆ ਵੀ ਭਾਈ ਲੜਾਈ ਨਹੀਂ। ਫਿਰ ਜਿਹੜਾ ਬਿਜਲੀ ਸਮਝੌਤਿਆਂ ਵਾਲਾ ਮਸਲਾ ਜਾਂ ਪੰਜਾਬ 'ਚ ਬੇਰੁਜ਼ਗਾਰੀ ਦਾ ਮਸਲਾ, ਲੋਕਾਂ ਦੇ ਉੱਤੇ ਇੰਨਾ ਪੁਲਿਸ ਨੇ ਅਤਿਆਚਾਰ ਕੀਤਾ, ਸਭ ਤੋਂ ਭੈੜੀ ਗੱਲ ਇੱਕ ਤਾਂ ਇਹਨੇ ਬਾਦਲ ਕਿਆਰਾ ਸੂਤ ਰੱਖੀ ਸਾਰੇ ਰਾਜ ਭਾਗ ਦੌਰਾਨ ਕੈਪਟਨ ਨੇ, ਦੂਜਾ ਬੀਜੇਪੀ ਨਾਲ। ਬੀਜੇਪੀ ਹਿੰਦੂ ਕੱਟੜਵਾਦ ਦੇ ਨਜ਼ਰੀਏ ਤੋਂ ਜੋ ਵੀ ਕੁਝ ਕਰਦੀ ਕਰਾਉਂਦੀ ਰਹੀ ਆ, ਕੈਪਟਨ ਅਮਰਿੰਦਰ ਸਿੰਘ ਅੰਨੀ ਹਮਾਇਤ ਉਹ ਸਾਰੇ ਕਾਸੇ ਦੀ ਕਰਦਾ ਰਿਹਾ। ਜੇ ਕਰਤਾਰਪੁਰ ਲਾਂਘੇ ਵਾਲੀ ਗੱਲ ਚੱਲੀ, ਹਜੇ ਅਮਿਤ ਸ਼ਾਹ ਨੇ ਤਾਂ ਥੋੜਾ ਜਿਹਾ ਘੱਟ ਕਿਹਾ ਹੋਣਾ ਵਾ, ਹਿੰਦੂ ਕੱਟੜਪੰਥੀਆਂ ਨੇ ਤਾਂ ਘੱਟ ਭਕਾਈ ਮਾਰੀ ਹੋਣੀ ਹੈ, ਸਭ ਤੋਂ ਵੱਧ ਇਹ ਪੂਛ ਚੱਕੀ ਫਿਰਦਾ ਹੁੰਦਾ। ਫਿਰ ਆ ਜਿਹੜਾ ਦਿਨਕਰ ਗੁਪਤਾ ਦਾ ਡੀਜੀਪੀ ਲਾਇਆ ਹੋਇਆ ਸੀ, ਉਹ ਤਾਂ ਚਲੋ ਉਹਨਾਂ ਵੇਲਿਆਂ ਦੇ ਵਿੱਚ ਸਿੱਖਾਂ ਉੱਤੇ ਜ਼ੁਲਮ ਕਰਨ ਵਾਲੀ ਟੀਮ ਦਾ ਮੈਂਬਰ ਹੀ ਰਿਹਾ ਦਿਨਕਰ ਗੁਪਤਾ, ਪਰ ਡੀਜੀਪੀ ਬਣਨ ਤੋਂ ਬਾਅਦ ਜਿਵੇਂ ਇਹਨੇ ਸਿੱਖ ਜਜ਼ਬਾਤਾਂ ਦੇ ਖਿਲਾਫ ਕਿਹਾ ਵੀ ਕਰਤਾਰਪੁਰ ਜਿਹੜੇ ਜਾਣਗੇ ਜੀ ਮੱਥਾ ਟੇਕਣ ਉਹ ਤਾਂ ਅੱਤਵਾਦੀ ਬਣ ਕੇ ਆ ਜਾਣਗੇ।
हर मौके कैप्टन अमरिंदर सिंह के नेड़े नजदीकी सी ओह सिख जज्बातां के खिलाफ भुगते रहे ताकि बीजेपी वाले खुश रहन। आ हुण दीयां गल्लां भी जलियांवाले बाग दे विच जिहड़े आ पुट्ठे सिद्धे बुत जे लाए ने जां गलतियां कीतियां ने ਉਹਦੇ खिलाफ बड़ा लोगों च रोह आ। पर कैप्टन की ना कोई गल ना कोई बात एवं मूँह चक के बयान देता जी बिल्कुल बहुत वधिया, क्योंकि बीजेपी वाले खुश रखने बीजेपी नूं ते बादल दल नूं खुश रखदा 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 अखीर कैप्टन अमरिंदर सिंह आपदी पार्टी दे सारे आगूआं दे निशाने ते एक ना एक दिन आउणा ही सी। सो ये कोई सिखां ने जां पंथ ने जां कौम ने ਉਹ ਤਾਂ ਬਾਅਦ ਦੀ ਗੱਲ ਆ। ਇਹ ਕੈਪਟਨ ਅਮਰਿੰਦਰ ਸਿੰਘ ਦੀ ਬਲੀ ਜੇ ਲਈ ਆ ਤਾਂ ਉਹਦੀਆਂ ਕਰਤੂਤਾਂ ਨੇ ਲਈ ਆ। ਹਰ ਹਰਬਾ ਵਰਤਿਆ ਕਿ ਪੰਥ ਅਤੇ ਪੰਜਾਬ ਦੇ ਜਿਹੜੇ ਦੋਖੀ ਨੇ ਉਹਨਾਂ ਦਾ ਪੱਖ ਪੂਰਿਆ ਜਾਵੇ। ਉਹ ਪੱਖ ਪੂਰਦੇ ਨੇ ਆਪਦੀ ਹਾਈ ਕਮਾਨ। ਉਹਨਾਂ ਨੇ ਪਿੱਛੇ ਜੇ ਕਿਹਾ ਵੀ ਸੀ ਇਹਨੂੰ ਵੀ ਭਾਈ ਤੂੰ 18 ਜਿਹੜਾ ਹੈਗਾ ਨਕਾਤੀ ਪ੍ਰੋਗਰਾਮ ਆ ਵੀ ਇਹਦੇ ਤੇ ਚੱਲ ਕੇ ਵੇਖ। ਸ਼ਾਇਦ ਕੈਪਟਨ ਅਮਰਿੰਦਰ ਸਿੰਘ ਨੂੰ आखिरी जी टाइम तक यह आपका टाइम पूरा करने का समा पूरा करने का मौका मिल जाता जो 18 नकाती प्रोग्राम से चल पैंदा। पर नहीं, अखीर जो परसों एकदम पता लग्या सारे सवेरों हक्के बक्के रह गए भी रात हंगामी मीटिंग कांग्रेस के विधायकों की हो रही है। उस तो फिर अगे भी अगे गल चलती ही गई। पर जिहड़ी कमर कुटन वाली बिरती आ वो हटी नहीं। जदों पता लग्या कि जी नवजोत सिंह सिद्धू है जिहड़ा ओनू कदे मुख मंत्री ना बना देवे साडी पार्टी, बई तैनूं भी तो उसे कांग्रेस ने मुख मंत्री बनाई रखिया ते जे तूं उन्हां दे एजेंडे ते पूरा नहीं उतरिया, उन्हां दीयां इच्छावां ते पूरा नहीं उतरिया तां उन्हां ने भाई तैनूं फारग करके नवां जे लाउणा तां उसे पार्टी ने लाउणा जिहनूं मर्जी ला सकदे आ। इह कहदा जी ओह तां कमर बाजवे नाल, इमरान खान नाल, पाकिस्तान नाल बड़े मिठे संबंध ने जी ओहदे तां। ਉਹ ਭਾਈ ਤੂੰ ਅਰੂਸਾ ਆਲਮ ਨੂੰ ਨਹੀਂ ਫਿਰਦਾ ਤੇ ਤੂੰ ਅਰੂਸਾ ਆਲਮ ਨੂੰ ਜਾਂ ਕਿਸੇ ਹੋਰ ਨੂੰ ਹੁਣ ਪੰਜਾਬ ਦੇ ਕਿਸੇ ਬੰਦੇ ਨੂੰ ਕੋਈ ਇਸ ਗੱਲ ਦੀ ਸ਼ਿਕਾਇਤ ਨਹੀਂ। ਹਾਂ ਉਹ ਨਵਜੋਤ ਸਿੱਧੂ ਦੀਆਂ ਹੋਰ ਗਲਤੀਆਂ ਹੋਰ ਗੜਬੜਾਂ ਨੇ ਜਿਹਦੀ ਆਪਾਂ ਆਲੋਚਨਾ ਕਰ ਸਕਦੇ ਆ। ਇੱਕ ਤਾਂ ਉਹ ਖੰਭੜੀਆਂ ਜਿਹਾ ਬੰਨੀ ਫਿਰਦਾ ਜਨੇਊ ਜੇ ਪਾ ਕੇ ਜਾਂ ਤਿਲਕ ਲਾ ਕੇ ਜਾਂ ਹੋਰ ਪੁੱਠੇ ਸਿੱਧੇ ਚੱਜ ਕਰਦਾ। ਚਲੋ ਸਿੱਖ ਨਜ਼ਰੀਏ ਤੋਂ ਉਹਦੀ ਸਿਆਸਤ ਉੱਤੇ ਵੀ ਟੀਕਾ ਟਿੱਪਣੀ ਆਪਾਂ ਕਰਾਂਗੇ, ਕਰਨੀ ਚਾਹੀਦੀ ਆ। ਪਰ ਇਹ ਗੱਲਾਂ ਵੀ ਤੂੰ ਛੱਜ ਤਾਂ ਬੋਲੇ, ਛਾਨਣੀ ਕੀ ਬੋਲੇ। कैप्टन अमरिंदर सिंह की अरूसा आलम नाल जिहड़ी साझ आ वो दुनिया भर दे विच पिछे जे सीताफल का बड़ा चक्कर चलिया, लोगों ने बड़े मजाक किए। सीताफल मंगदी सी वो अरूसा आलम। हुण एक पासे तां इह आ भी जिहड़ा वो DGP बनदा चाहवान रहा, किसी वेले उहनूं नहीं लगण दिता। वो जिहड़े पुलिस अफसर ने वो दुआले होए फिरदे ने। मुहम्मद मुस्तफा अड कल्पदा फिरदा, हालांकि वही मुहम्मद मुस्तफा वा जिन्हें ਇੱਕੋ ਝਟਕੇ ਚ 1.5 ਦਰਜਨ ਤੋਂ ਵੱਧ ਜਿਹੜੇ ਸਿੱਖ ਨੌਜਵਾਨ ਆ ਗੱਟਾ ਬਾਦਸ਼ਾਹ ਪਿੰਡ ਵਿੱਚ ਇੱਧਰ ਮਾਰ ਸਿੱਟੇ ਸੀਗੇ ਫਿਰੋਜ਼ਪੁਰ ਕੋਲੇ, ਜੀਰੇ ਕੋਲੇ। ਅਸੀਂ ਉਹਦੇ ਕੋਈ ਖੈਰ ਖੁਆ ਨਹੀਂ ਹੈਗੇ, ਸਾਡੇ ਲਈ ਤਾਂ ਬੁੱਚੜੀ ਆ। ਪਰ ਇੱਕ ਪਾਸੇ ਇਜ਼ਹਾਰ ਆਲਮ ਨੂੰ ਬਾਦਲ ਹੋਣਾ ਨੇ ਰੱਖਿਆ ਸੀ, ਇਹਨਾਂ ਨੇ ਮੁਹੰਮਦ ਮੁਸਤਫਾ ਰੱਖਿਆ ਹੋਇਆ ਸੀ। ਫਿਰ ਆ ਦਿਨਕਰ ਗੁਪਤਾ। ਹੁਣ ਅੱਗੇ ਆ ਜਾਓ ਵੀ ਜਿਹੜੇ ਪੁਲਿਸ ਮਹਿਕਮੇ ਦੇ ਵਿੱਚ ਉਹ ਅਫਸਰ ਜਿਹੜੇ ਰੜਕਦੇ ਆ ਸਿੱਖਾਂ ਦੇ ਮਾਨਸਿਕਤਾ ਨੂੰ, ਉਹ ਫੇਰ ਛਾਏ ਹੋਏ ਸੀ ਇਸ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਦੇ ਵਿੱਚ। ਸੋ ਹਰ ਪੱਖ ਤੋਂ ਇਹ ਸਰਕਾਰ ਜਿਹੜੀ 4.5 ਸਾਲ 5 ਸਾਲ ਹੀ ਚਲੋ ਹੋਵੇ, ਇਹਦੇ ਵਿੱਚ ਮਾੜਾ ਹੀ ਮਾੜਾ ਵਾਪਰਿਆ ਤੇ ਅਖੀਰ ਕੈਪਟਨ ਅਮਰਿੰਦਰ ਸਿੰਘ ਜਿਹੜਾ ਹੈ ਉਹਨੂੰ ਜਲੀਲ ਹੋ ਕੇ ਇਹ ਅਹੁਦਾ ਜਿਹੜਾ ਹੈਗਾ ਉਹ ਤਿਆਗਣਾ ਪਿਆ। ਦੂਜੇ ਪਾਸੇ ਜਿਹੜਾ ਚਰਨਜੀਤ ਸਿੰਘ ਚੰਨੀ ਆ ਚਮਕੌਰ ਸਾਹਿਬ ਹਲਕੇ ਤੋਂ, ਉਹ ਆਹ ਪਿਛਲੇ ਜਦੋਂ ਚੱਲਦਾ ਸੀ ਚੱਕਰ ਨਵਜੋਤ ਸਿੰਘ ਸਿੱਧੂ ਵਰਸਸ ਕੈਪਟਨ ਅਮਰਿੰਦਰ ਸਿੰਘ, ਉਦੋਂ ਇਹ ਚਰਚਾ ਚੱਲ ਪਈ ਕਿ ਜਿਹੜੀ ਵਜ਼ਾਰਤ ਵਾ ਉਹਦੇ ਵਿੱਚ ਫੇਰ ਬਦਲ ਕੀਤਾ ਜਾਣਾ ਤੇ ਇਹ ਚਰਚਾ ਚੱਲਦੀ ਸੀਗੀ ਵੀ ਚਰਨਜੀਤ ਸਿੰਘ ਚੰਨੀ ਨੂੰ ਉਹ ਤੋਂ ਅਹੁਦਾ ਜਿਹੜਾ ਹੈਗਾ ਉਹਦਾ ਜਿਹੜਾ ਮੰਤਰਾਲਾ ਵਾ ਮੰਤਰੀ ਹੈ ਜਿਸ ਮਿਨਿਸਟਰ ਵੀ ਉਹ ਤੋਂ ਉਹ ਲੈ ਲਿਆ ਜਾਊ ਵਾਪਸ। ਬੜੇ ਉਹਦੇ ਕਈ ਹੋਰ ਵੀ ਇਲਜ਼ਾਮ ਪੁੱਠੇ ਸਿੱਧੇ ਚੱਲੇ ਆ ਉਹਦੇ ਖਿਲਾਫ। ਹੁਣ ਦੇਖੋ ਕਮਾਲ ਦੀ ਗੱਲ ਵੀ ਲੋਕਾਂ 'ਚ ਸੀਗਾ ਵੀ ਜੀ ਨਵਜੋਤ ਸਿੰਘ ਸਿੱਧੂ ਬਣੂਗਾ ਜਾਂ ਮਾਝੇ ਦੇ ਵਿੱਚੋਂ ਬਾਜਵਾ ਬਣ ਜਾਊਗਾ ਜਾਂ ਕੋਈ ਹੋਰ ਬਣੂਗਾ, ਪਰ ਇਹ ਚਿੱਤ ਚੇਤੇ ਨਹੀਂ ਸੀ ਕਿਸੇ ਨੂੰ। ਉਹ ਬੰਦਾ ਜਿਹੜਾ ਅਜੇ 2 ਮਹੀਨੇ ਪਹਿਲਾਂ ਕਿਸੇ ਚੱਕਰ ਦੇ ਵਿੱਚ ਫਸਿਆ ਹੋਇਆ, ਮਨੀਸ਼ਾ ਗਲਾਟੀ ਵਾਲੇ ਮਸਲੇ 'ਚ ਸਾਰਿਆਂ ਨੂੰ ਪਤਾ ਹੀ ਆਪਾਂ ਨੂੰ ਕਿ ਉਹਦੇ ਖਿਲਾਫ ਮੀ ਟੂ ਵਾਲਾ ਵੀ ਚੱਲ ਰਿਹਾ ਚੱਕਰ। ਤੇ ਦੂਜੇ ਪਾਸੇ ਉਹ ਆਪਦੇ ਅਹੁਦੇ ਬਚਾਉਣ ਲਈ, ਆਪਦੀ ਵਜ਼ਾਰਤ, ਆਪਦਾ ਮੰਤਰਾਲਾ ਬਚਾਉਣ ਲਈ, ਆਪਦਾ
ਹਜੇ ਪਿਛਲੇ ਹਫ਼ਤੇ ਤੁਰਿਆ ਫਿਰਦਾ ਸੀ। ਅਚਨਚੇਤ ਇਹ ਇੱਕ ਅਜੀਬ ਤਰ੍ਹਾਂ ਦੀ ਗੱਲ ਬਣੀ ਕਿ ਉਹਨੂੰ ਮੁੱਖ ਮੰਤਰੀ ਦੀ ਪਦਵੀ, ਨਾ ਉਹਨੇ ਕੋਈ ਲੌਬਿੰਗ ਕੀਤੀ, ਨਾ ਉਹ ਇੰਨੇ ਜੋਗਾ ਹੈਗਾ ਹੀ ਆ ਵੀ 4 ਸਰੀਰ ਲੈ ਕੇ ਨਾਲ ਐਮਐਲਏ ਤੁਰ ਸਕੇ। ਤੇ ਕੈਪਟਨ ਅਮਰਿੰਦਰ ਸਿੰਘ ਦਾ ਇੱਕੋ ਏਜੰਡਾ ਸੀਗਾ ਵੀ ਮੈਂ ਸਿੱਧੂ ਨੂੰ ਨਹੀਂ ਬਣ ਦੇਣਾ। ਤੇ ਫਿਰ ਇਸ ਕਹਾਣੀ ਦੇ ਵਿੱਚੋਂ ਚਰਨਜੀਤ ਸਿੰਘ ਚੰਨੀ ਦੀ ਜਿਹੜੀ ਆ ਉਹ ਲੋੜ ਮਹਿਸੂਸ ਹੋਈ ਤੇ ਉਹਨੂੰ ਵਰਤ ਲਿਆ ਗਿਆ, ਕਿਉਂਕਿ ਜਿਹੜੀ ਚੱਲ ਰਿਹਾ ਹੈਗਾ ਵਾ ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾ ਵਾਲੇ ਵੱਲੋਂ ਵੀ ਅਸੀਂ ਜੀ ਬਸਪਾ ਨਾਲ ਗੱਠਜੋੜ ਕਰਕੇ ਦਲਿਤ ਚੇਤਨਾ ਨੂੰ ਉਭਾਰਾਂਗੇ, ਅਸੀਂ ਦਲਿਤਾਂ ਦਾ ਮੁੱਖ ਮੰਤਰੀ ਡਿਪਟੀ ਮੁੱਖ ਮੰਤਰੀ ਬਣਾ ਦੇਵਾਂਗੇ। ਉਧਰੋਂ ਆਮ ਆਦਮੀ ਪਾਰਟੀ ਨੇ ਕਿਹਾ ਹੈ ਵੀ ਚੱਕ ਦਿਆਂਗੇ ਫੱਟੇ, ਅਸੀਂ ਦਲਿਤਾਂ ਦੇ ਵਿੱਚੋਂ ਲਿਆਵਾਂਗੇ। ਸੋ ਕੈਪਟਨ ਅਮਰਿੰਦਰ ਸਿੰਘ ਦੇ ਜਾਣ ਤੋਂ ਬਾਅਦ ਜਦੋਂ ਮੁੱਖ ਮੰਤਰੀ ਬਣਾਉਣ ਦੀ ਗੱਲ ਆਈ ਤਾਂ ਫਿਰ ਉਹਨੂੰ ਪਹਿਲਾਂ ਤਾਂ ਕਹਿੰਦੇ ਜਾਖੜ ਦਾ ਨਾਂ ਚੱਲਿਆ, ਪਰ ਜਾਖੜ ਨੂੰ ਜਿਹੜਾ ਸੀਗਾ ਇੱਥੇ ਪੱਗਾਂ ਪੰਜਾਬ ਦੇ ਵਿੱਚ ਤਾਂ ਦੇਖੋ ਜੀ ਪੱਗ ਵਾਲਾ ਬਣਨਾ ਜਦੋਂ ਵੀ ਬਣਨਾ ਹਨਾ। ਹੁਣ ਚਰਨਜੀਤ ਸਿੰਘ ਚੰਨੀ ਬਣਿਆ ਤੇ ਨਾਲ 2 ਡਿਪਟੀ ਬਣਾਤੇ ਆ। ਓਪੀ ਸੋਨੀ ਦਾ ਵੀ ਕਿਸੇ ਨੂੰ ਚਿੱਤ ਚੇਤਾ ਹੀ ਨਹੀਂ ਸੀ। ਤੇ ਬਾਜਵਾ ਚਲੋ ਕਾਫੀ ਚਿਰ ਤੋਂ ਸਰਗਰਮਾ ਬਾਜਵਾ ਬਣ ਗਿਆ, ਡਿਪਟੀ 2 ਬਣ ਗਏ। ਜਿਹੜਾ ਮੁੱਖ ਮੰਤਰੀ ਆ ਚਰਨਜੀਤ ਸਿੰਘ ਚੰਨੀ, ਇਹਦੇ ਬਾਰੇ ਇੱਕ ਗੱਲ ਬੜੀ ਦਿਲਚਸਪੀ ਵਾਲੀ ਹੈ ਕਿ ਹੋ ਸਕਦਾ ਉਹਦੇ ਵਿੱਚ ਬੜੀਆਂ ਘਾਟਾਂ ਹੋਣ, ਪਰ ਸਿਆਸੀ ਬੰਦੇ ਦੀਆਂ ਉਹਦੀਆਂ ਬਾਹਲੀਆਂ ਸਿਫਤਾਂ ਜਾਂ ਕੋਈ ਗੱਲ ਨਹੀਂ ਕਰਨੀ ਚਾਹੀਦੀ, ਇਹਨਾਂ ਦਾ ਪਤਾ ਹੀ ਨਹੀਂ ਹੁੰਦਾ ਕਿੱਧਰ ਨੂੰ ਵਗ ਜਾਣਾ। ਪਰ ਇੱਕ ਗੱਲ ਹੈ ਕਿ ਦਲਿਤ ਤਾਂ ਇੱਥੇ ਬੜੇ ਪੁਰਾਣੇ ਤੇ ਬੜੇ ਹੰਢੇ ਹੋਏ ਕਾਂਗਰਸ ਦੇ ਲੀਡਰ ਪਏ ਆ ਜਿਨ੍ਹਾਂ ਨੂੰ ਉਹ ਬਣਾ ਸਕਦੇ ਸੀ, ਜਿਵੇਂ ਆ ਰਾਜਕੁਮਾਰ ਵੇਰਕਾ ਆਇਆ ਜਾਂ ਹੋਰ ਕਈ, ਤੇ ਹੋਰ ਵੀ ਬੰਦੇ ਬਥੇਰੇ ਆ ਇੱਥੇ ਜਿਨ੍ਹਾਂ ਨੂੰ ਚਰਨਜੀਤ ਸਿੰਘ ਚੰਨੀ ਨਾਲੋਂ ਵੱਧ ਅਹਿਮੀਅਤ ਦਿੱਤੀ ਜਾ ਸਕਦੀ ਸੀ ਕਾਂਗਰਸ ਵੱਲੋਂ। ਪਰ ਸਿਰ ਦੇ ਉੱਤੇ ਪੱਗ ਹੋਣ ਕਰਕੇ, ਕਿਉਂਕਿ ਪੰਜਾਬ ਦੇ ਵਿੱਚ ਚਾਹੇ ਅਕਾਲੀ ਦਲ ਆ, ਚਾਹੇ ਕਾਂਗਰਸ ਆ, ਚਾਹੇ ਕੋਈ ਹੋਰ ਆ, ਇੱਥੇ ਸਾਰੇ ਭਾਰਤ ਵਿੱਚੋਂ ਇੱਕੋ ਇੱਕ ਤਾਂ ਸੂਬਾ ਜਿੱਥੇ ਪੱਗ ਵਾਲਾ ਦਸਤਾਰ ਵਾਲਾ ਬਣਨਾ ਮੁੱਖ ਮੰਤਰੀ। ਸੋ ਬੇਸ਼ੱਕ ਆਪਾਂ ਇਹ ਵੀ ਗੱਲ ਜਾਣਦੇ ਆ ਕਿ ਚਾਹੇ ਬਾਦਲ ਹੋਵੇ ਚਾਹੇ ਅਮਰਿੰਦਰ ਸਿੰਘ ਹੋਵੇ ਵੀ ਇਹਨਾਂ ਦੀ ਪੱਗ ਜਿਹੜੀ ਆ ਉਹ ਸਿੱਖੀ ਨੂੰ ਜਾਂ ਸਿੱਖਾਂ ਨੂੰ ਕੋਈ ਉਹਦਾ ਲਾਭ ਨਹੀਂ ਕਦੇ ਹੋਇਆ। ਪਰ ਹੁਣ ਚਰਨਜੀਤ ਸਿੰਘ ਚੰਨੀ ਜਿਹੜਾ ਹੈਗਾ ਉਹ ਅੱਜ ਉਹਨੂੰ ਸਹੁੰ ਚੁਕਾਈ ਗਈ ਆ ਮੁੱਖ ਮੰਤਰੀ ਦੀ, ਮੁੱਖ ਮੰਤਰੀ ਬਣ ਗਿਆ। ਪਰ ਇੱਕ ਗੱਲ ਨਾਲ ਦੀ ਨਾਲ ਆ ਵੀ ਆਖਰੀ ਸਮੇਂ ਤੱਕ ਹੁਣ ਤੱਕ ਇਹ ਚਰਚਾ ਚੱਲਦੀ ਰਹੀ ਆ ਵੀ ਕੀ ਇਹ ਜਿਹੜਾ ਫੈਸਲਾ ਹੋਇਆ ਵੀ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਜਾਵੇ ਵੀ ਇਹ ਸਥਿਰ ਵੀ ਹੈ, ਕਿਉਂਕਿ ਜਦੋਂ ਆ ਪਿਛਲੇ ਇੱਕ ਦਿਨ ਦੀ ਸਾਰੀ ਕੱਲ ਦੀ ਦੇਖਦੇ ਆ, ਹਰ ਪਲ ਨਵੇਂ ਮੁੱਖ ਮੰਤਰੀ ਦੇ ਬਾਰੇ ਪਤਾ ਲੱਗਦਾ ਰਿਹਾ ਕਿ ਹੁਣ ਇਹਨੂੰ ਬਣਾਤਾ, ਹੁਣ ਇਹਨੂੰ ਬਣਾਤਾ। ਖੈਰ ਕੈਪਟਨ ਅਮਰਿੰਦਰ ਸਿੰਘ ਦੇ ਜਾਣ ਤੋਂ ਬਾਅਦ ਜਿਹੜੇ ਆਹ 2-4 ਮਹੀਨੇ ਅਗਲੀ ਇਲੈਕਸ਼ਨ ਤੱਕ ਚਰਨਜੀਤ ਸਿੰਘ ਚੰਨੀ ਨੂੰ ਮਿਲੇ ਆ, ਇਹਦੇ ਵਿੱਚ ਕੋਈ ਲੱਗਦਾ ਤਾਂ ਹੈ ਨਹੀਂ ਕਿ ਉਹ ਕੋਈ ਬਹੁਤ ਕੱਦੂ ਦੀ ਤੀਰ ਮਾਰ ਲੂ ਜਾਂ ਕੋਈ ਬੜਾ ਫੈਸਲਾ ਲੈ ਲੂਗਾ ਜਿਹਦੇ ਨਾਲ ਜਿਹੜੇ ਦੁੱਖਾਂ ਤੋਂ ਇਸ ਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਫਾਰਗ ਕੀਤਾ ਗਿਆ। ਕਿਉਂਕਿ ਜਿਵੇਂ ਜਿਹੜਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਆ ਸਾਬਕਾ ਮੁੱਖ ਮੰਤਰੀ, ਉਹਦਾ ਬਹੁਤ ਇੱਕ ਨੇੜਲਾ ਹਰਚਰਨ ਬੈਂਸ ਕਰਕੇ ਸ਼ਖਸੀਅਤ ਹੈ, ਉਹਨੇ ਟਵੀਟ ਕੀਤਾ ਕਹਿੰਦਾ ਗੱਬਰ ਚਲੇ ਗਿਆ ਕਾਲੀਆ ਆ ਗਿਆ। ਮਤਲਬ ਕਿ ਇਹ ਵੀ ਇੱਕ ਅਰਥ ਨੇ, ਗੱਬਰ ਚਲੇ ਗਿਆ ਕਾਲੀਆ ਆ ਗਿਆ। ਪਰ ਗੱਲ ਕਰਨ ਵਾਲੀ ਇਹ ਹੈ ਕਿ ਜਿਨ੍ਹਾਂ ਦੁੱਖਾਂ ਤੋਂ ਅੱਕ ਕੇ ਕਾਂਗਰਸ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਘਰ ਨੂੰ ਤੋਰਿਆ, ਅਸਤੀਫਾ ਲਿਆ, ਉਹਨਾਂ ਵਿੱਚੋਂ ਕੋਈ ਵੀ ਕਹਾਣੀ ਕੀ ਇਹ ਨਵਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੂਰੀ ਕਰਨ ਜੋਗਾ ਹੈਗਾ? ਇਹ ਉਹ ਸਵਾਲ ਆ ਜਿਹਨੇ ਅਗਲੇ ਦਿਨਾਂ ਦੇ ਵਿੱਚ ਪੰਜਾਬ ਦੀ ਸਿਆਸਤ ਵਿੱਚ ਉਥਲ ਪੁਥਲ ਮਚਾਈ ਰੱਖਣੀ ਆ। ਪਰ ਇੱਕ ਗੱਲ ਪੱਕੀ ਆ, ਹੁਣ ਵੋਟਾਂ ਤੱਕ ਪੰਜਾਬ ਦੇ ਵਿੱਚ ਨਿਤ ਨਵੀਂ ਕੋਈ ਖਬਰ, ਕੋਈ ਉਥਲ ਪੁਥਲ, ਕੋਈ ਨਵੀਂ ਗੱਲ ਸੁਣਨ ਨੂੰ ਮਿਲਿਆ ਕਰੂਗੀ। ਸੋ ਕੱਲ ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।